ਹੈਲੋ। ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਨਾ ਮੈਂ ਐਗਰੀਕਲਚਰ ਦਾ ਦੂਸਰਾ ਲੈਕਚਰ ਲੈ ਕੇ ਆਇਆ। ਜਿਹੜੀ ਆਪਣੀ 500 MCQ ਦੀ ਲੜੀ ਚੱਲ ਰਹੀ ਹੈ ਉਹ ਉਸ ਹਿਸਾਬ ਨਾਲ ਹੀ ਚੱਲੂਗੀ। ਠੀਕ ਹੈ। ਉਹ 500 ਜਿਹੜੇ ਪ੍ਰਸ਼ਨ ਤੁਹਾਨੂੰ ਕਰਾਏ ਹੈਗੇ ਉਹਦੇ ਨਾਲ ਹੀ ਰਿਲੇਟਡ ਇਹ ਚੀਜ਼ਾਂ ਹੈਗੀਆਂ। ਇੱਕ ਗੱਲ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੇਰੀ ਇਹ ਟਰੇਡ ਹੈਗੀ ਐਗਰੀਕਲਚਰ ਦੇ ਵਿੱਚ ਮੈਂ ਤੁਹਾਡੀ ਇੱਕ ਜ਼ਿੰਮੇਵਾਰੀ ਲੈਂਦਾ ਕਿ ਜਿਹੜੇ 10 ਨੰਬਰਾਂ ਦਾ ਪੇਪਰ ਆਉਣਾ ਗਾ, ਠੀਕ ਹੈ, ਆਪਣੀ ਵੀਡੀਓ ਤੋਂ ਬਾਹਰ ਨਹੀਂ ਆਊਗਾ। ਇਹ ਗੱਲ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ। ਇੱਕ ਵਾਰੀ ਜਿਹੜੀਆਂ ਮੈਂ ਘੱਟੋ ਘੱਟ ਆਪਣੇ 20 ਲੈਕਚਰ ਮਸਾਂ ਹੋਣਗੇ, ਠੀਕ ਹੈ, 20 ਲੈਕਚਰ ਲਾ ਦੂੰਗਾ। ਉਹਦੇ 'ਚ ਮੈਂ ਤੁਹਾਨੂੰ ਥਿਊਰੀ ਨਹੀਂ ਕਰਾਉਂਦਾ, ਠੀਕ ਹੈ, ਥਿਊਰੀ ਨਹੀਂ ਕਰਾਉਂਗਾ, ਸਿਰਫ ਮੈਂ MCQ ਕਰਾਉਂਗਾ ਇਕੱਲੇ MCQ। ਅਤੇ MCQ ਆਪਣੇ ਹੋ ਜਾਣਗੇ 500 MCQ ਲਗਭਗ ਮੈਂ ਤੁਹਾਨੂੰ ਕਰਵਾ ਦੂੰਗਾ। 500 MCQ ਦੇ ਵਿੱਚੋਂ ਹੀ ਪੇਪਰ ਆਊਗਾ, ਤੂੰ ਬਾਹਰੋਂ ਪੇਪਰ ਨਹੀਂ ਆਊਗਾ। ਇਹ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹੈਗਾ, ਕਿਉਂਕਿ 10 ਆਉਣੇ ਆ ਸਾਰੇ 500 ਦੇ ਵਿੱਚ 10 ਪ੍ਰਸ਼ਨ ਤਾਂ ਆ ਹੀ ਸਕਦੇ ਆ, ਠੀਕ ਹੈ। 100% ਆਉਣਗੇ, ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹੈ ਗੱਲ। ਅਤੇ ਅੱਜ ਆਪਾਂ ਲੈਕਚਰ 'ਚ ਸ਼ੁਰੂ ਕਰਦੇ ਹਾਂ ਤੀਸਰਾ ਲੈਕਚਰ ਅੱਜ। ਅਤੇ ਦੇਖੋ ਜੀ, ਸਭ ਤੋਂ ਪਹਿਲੀ ਗੱਲ ਆਪਾਂ ਕਰ ਰਹੇ ਹਾਂ ਐਗਰੀਕਲਚਰ ਹੈ ਜਿਹੜਾ ਐਵੋਲਿਊਸ਼ਨ ਆਫ ਐਗਰੀਕਲਚਰ ਐਂਡ ਰਿਲੇਟਡ ਟਰਮ। ਐਗਰੀਕਲਚਰ ਦੀਆਂ ਕਿਹੜੀਆਂ ਟਰਮ ਆ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਜਿਹੜੀ ਟਰਮ ਆ ਉਹ ਹੈਗੀ ਆਪਣੀ ਐਗਰੀਕਲਚਰ ਕੀ ਹੈ? ਇੱਕ ਲੇਟਨ ਵਰਡ ਹੈ। ਸਭ ਤੋਂ ਪਹਿਲੀ ਗੱਲ ਸੁਣੋ ਬੱਚਿਓ, ਕੀ ਪੁੱਛਿਆ ਜਾਊਗਾ, ਐਗਰੀਕਲਚਰ ਕਿਹੜੀ ਭਾਸ਼ਾ ਤੋਂ, ਮਤਲਬ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ, ਕਿਤੋਂ ਬਣਿਆ ਇਹ ਲੈਟਰ ਵਰਡ ਤੋਂ ਬਣਿਆ। ਇੱਕ ਪ੍ਰਸ਼ਨ ਤਾਂ ਆਪਣਾ ਇੱਥੇ ਹੀ ਬਣ ਗਿਆ। ਦੂਸਰਾ ਪੁੱਛ ਸਕਦੇ ਐਗਰ ਦਾ ਮਤਲਬ ਕੀ ਹੈ? ਜਾਂ ਐਗਰੀ ਲਿਖਿਆ ਆ ਗਿਆ ਜਾਂ ਐਗਰ ਲਿਖਿਆ ਆ ਗਿਆ। ਜੇ ਐਗਰੀ ਲਿਖਿਆ ਆ ਗਿਆ ਪਲੱਸ ਜਾਂ ਆਹ ਜਿਹੜਾ ਲਿਖਿਆ ਹੋਇਆ ਇਹਨਾਂ ਨੇ ਐਗਰ ਲਿਖਿਆ ਆ ਗਿਆ, ਇਹਨਾਂ ਦੋਨਾਂ ਦਾ ਮਤਲਬ ਸੇਮ ਹੀ ਹੈ। ਐਗਰ ਦਾ ਮਤਲਬ ਹੈਗਾ ਸੋਇਲ ਐਂਡ ਕਲਚਰਾ ਦਾ ਮਤਲਬ ਹੈਗਾ ਕਲਟੀਵੇਸ਼ਨ ਮੈਨੇ ਹੁੰਦਾ ਫਸਲ ਨੂੰ ਕੱਟਣਾ, ਕਲਟੀਵੇਸ਼ਨ ਕਰਨੀ, ਉਹਦੀ ਸਾਂਭ ਸੰਭਾਲ ਕਰਨੀ। ਹਾਰਵੈਸਟ ਮੈਨੇ ਹੁੰਦਾ ਵੈਸੇ ਕੱਟਣਾ, ਕਲਟੀਵੇਸ਼ਨ ਮਤਲਬ ਉਹਦੀ ਸਾਂਭ ਸੰਭਾਲ ਕਰਨੀ, ਸਾਰਾ ਕੁਛ ਆ ਜਾਂਦਾ ਐਗਰੀਕਲਚਰ। ਐਗਰ ਦਾ ਮਤਲਬ ਸੋਇਲ ਅਤੇ ਕਲਚਰ ਦਾ ਮਤਲਬ ਕਲਟੀਵੇਸ਼ਨ। ਨੰਬਰ 2 'ਤੇ ਜਿਹੜਾ ਆ ਗਿਆ ਆਪਣੇ ਕੋਲ ਉਹ ਆ ਗਿਆ ਐਗਰੋਨੋਮੀ ਕੀ ਹੈ? ਐਗਰੋਨੋਮੀ ਹੈਗਾ ਕਿ ਗ੍ਰੀਕ ਵਰਡ। ਐਗਰੋ ਦਾ ਮਤਲਬ ਫੀਲਡ ਅਤੇ ਨੋਮੋਸ ਦਾ ਮਤਲਬ ਹੈਗਾ ਮੈਨੇਜ, ਕਿ ਫੀਲਡ ਨੂੰ ਮੈਨੇਜਮੈਂਟ ਕਰਨ ਨੂੰ ਐਗਰੋਨੋਮੀ ਕਹਿ ਦਿੰਦੇ ਆ। ਐਗਰੋਨੋਮੀ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਗਈਆਂ? ਸਿੰਚਾਈ ਆ ਗਈ, ਠੀਕ ਹੈ, ਪਾਣੀ ਲਾਉਣਾ, ਇਰੀਗੇਸ਼ਨ, ਸਾਂਭ ਸੰਭਾਲ ਕਰਨੀ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਕਾਹਦੇ 'ਚ ਆ ਜਾਂਦੀਆਂ? ਇਹ ਆ ਜਾਂਦੀਆਂ ਆਪਣੀਆਂ ਐਗਰੋਨੋਮੀ ਦੇ ਵਿੱਚ। ਹੁਣ ਤੀਸਰਾ ਪੁਆਇੰਟ ਹਾਰਟੀਕਲਚਰ ਕੀ ਹੈ? ਪਹਿਲੀ ਗੱਲ ਤਾਂ ਇੱਕ ਗੱਲ ਸੁਣ ਲਓ, ਹਾਰਟੀਕਲਚਰ ਦੇ ਵਿੱਚ ਬਾਗਾਂ ਦੀ ਸਟੱਡੀ, ਫੁੱਲਾਂ ਦੀ ਸਟੱਡੀ, ਗਾਰਡਨ, ਸਬਜ਼ੀਆਂ, ਇਹ ਸਾਰੀਆਂ ਹਾਰਟੀਕਲਚਰ ਦੀਆਂ ਬ੍ਰਾਂਚਾਂ ਹੀ ਹੈਗੀਆਂ, ਠੀਕ ਹੈ, ਸਾਰੀਆਂ ਹਾਰਟੀਕਲਚਰ ਦੇ ਵਿੱਚ ਆ ਜਾਂਦੀਆਂ। ਹੁਣ ਦੇਖੋ ਹਾਰਟੀਕਲਚਰ 'ਤੇ ਕੀ ਪ੍ਰਸ਼ਨ ਬਣੇਗਾ? ਇਹ 'ਤੇ ਪ੍ਰਸ਼ਨ ਬਣੇਗਾ ਕਿ ਇਹ ਜਿਹੜਾ ਹਾਰਟੀਕਲਚਰ ਹੈ ਇਹ ਕਿਹੜੀ ਭਾਸ਼ਾ ਤੋਂ ਲਿੱਤਾ ਗਿਆ? ਲੈਟਨ ਤੋਂ। ਐਗਰੀਕਲਚਰ ਵੀ ਲੈਟਨ ਤੋਂ ਲਿੱਤਾ ਗਿਆ ਅਤੇ ਹਾਰਟੀਕਲਚਰ ਵੀ ਲੈਟਨ ਤੋਂ ਲਿੱਤਾ ਗਿਆ। ਹੌਰਟਸ ਦਾ ਕੀ ਮਤਲਬ ਹੈ? ਗਾਰਡਨ। ਕਲਚਰ ਦਾ ਮਤਲਬ ਕਲਚਰ ਆਫ ਗਰੋਇੰਗ। ਦੇਖੋ ਦੋਨਾਂ ਦਾ ਮਤਲਬ ਸੇਮ ਹੀ ਹੈਗਾ। ਗਾਰਡਨ ਕਿ ਬਾਗਾਂ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈਗਾ? ਹਾਰਟੀਕਲਚਰ ਕਿਹਾ ਜਾਂਦਾ। ਇਹ ਤੋਂ ਬਾਅਦ ਗੱਲ ਆ ਗਈ ਆਪਣੀ ਪੋਮੋਲੋਜੀ ਦੀ ਗੱਲ ਆ ਗਈ। ਇਹ ਕਿਹੜੇ ਵਰਡ ਤੋਂ ਲਿੱਤਾ ਗਿਆ? ਲੈਟਨ ਤੋਂ। ਲੈਟਨ ਅਤੇ ਗਰੀਕ ਦੋਨਾਂ ਦੇ ਮੇਲ ਤੋਂ, ਕੰਬੀਨੇਸ਼ਨ ਤੋਂ ਲਿੱਤਾ ਗਿਆ ਹੈਗਾ। ਲੈਟਨ ਪਲੱਸ ਗਰੀਕ, ਭੁੱਲਣਾ ਨਹੀਂ ਹੈਗਾ। ਅੱਗੇ ਵੀ ਪੁੱਛ ਲੈਣਾ ਪੋਮੋਲੋਜੀ ਕਾਹਦੀ ਸਟੱਡੀ ਹੈ? ਪੋਮੋਲੋਜੀ ਹੈਗੀ ਫਲਾਵਰ ਦੀ ਸਟੱਡੀ। ਪੋਮੋਲੋਜੀ ਫਰੂਟ ਦੀ ਸਟੱਡੀ ਹੁੰਦੀ ਹੈ, ਸੱਚ ਉਹਦੀ ਹੁੰਦੀ ਹੈ ਫਲੋਰੀਕਲਚਰ, ਫੁੱਲਾਂ ਦੀ ਸਟੱਡੀ ਫਲੋਰੀਕਲਚਰ ਕਹਿੰਦੇ ਆ। ਪੋਮੋਲੋਜੀ ਕਾਹਦੀ ਸਟੱਡੀ ਹੈ? ਆਪਣੀ ਹੈਗੀ ਇਹ ਫਰੂਟਸ ਦੀ ਸਟੱਡੀ। ਇਹਦੇ ਵਿੱਚ ਦੇਖੋ ਲੈਟਨ ਗਰੀਕ ਵਰਡ ਕੰਬੀਨੇਸ਼ਨ ਆਫ ਲੈਟਨ ਵਰਡ ਪੋਨਮ ਮੀਨਿੰਗ ਫਰੂਟ ਐਂਡ ਗਰੀਕ ਲੌਜੀ ਜਾਂ ਲੌਜਸ ਮੀਨਿੰਗ ਡਿਸਕੋਰਸ ਔਰ ਸਾਇੰਸ। ਕਹਿਣ ਦਾ ਮਤਲਬ ਕਿ ਜਿਹੜਾ ਦਾ ਪਹਿਲਾ ਸ਼ਬਦ ਹੈਗਾ ਪੋਨਮ, ਉਹ ਹੈਗਾ ਫਰੂਟ। ਉਹ ਸ਼ਬਦ ਕਿਹੜਾ ਹੈਗਾ? ਉਹ ਹੈਗਾ ਲੈਟਨ ਵਰਡ। ਜਿਹੜਾ ਗਰੀਕ ਦੇ ਇਹਦੇ 'ਚ ਲੌਜੀ ਹੈ ਉਹ ਸ਼ਬਦ ਹੈਗਾ ਗਰੀਕ ਦਾ, ਜਿਹਦਾ ਮਤਲਬ ਹੈਗਾ ਸਾਇੰਸ। ਇਹਦੇ ਵਿੱਚ ਸਿਰਫ ਕੁਝ ਬਾਹਲਾ ਮੱਥਾ ਮਾਰੀ ਲੋੜ ਨਹੀਂ, ਸਿੱਧਾ ਯਾਦ ਕਰ ਲਓ ਪੋਮੋਲੋਜੀ ਕਿਹੜੀ ਸਟੱਡੀ ਹੈ? ਫਰੂਟ ਦੀ ਸਟੱਡੀ ਹੈ, ਬਸ ਇੰਨਾ ਪੁੱਛਿਆ ਜਾਊਗਾ। ਅਤੇ ਲੈਟਨ ਅਤੇ ਗਰੀਕ ਵਰਡ ਵਾਲੇ ਪ੍ਰਸ਼ਨ ਦਾ ਚਾਂਸ ਬਹੁਤ ਘੱਟ ਹੈਗੇ। ਇਸ ਤੋਂ ਬਾਅਦ ਅਲੈਰੀਕਲਚਰ ਲੈਟਨ ਵਰਡ ਤੋਂ ਲੈਤੀ ਗਈ ਹੈ। ਕੀ ਤੋਂ ਲੈਤੀ ਗਈ ਹੈ? ਲੈਟਨ ਵਰਡ ਤੋਂ। ਅਲੇਰੀ ਦਾ ਮੀਨਿੰਗ ਹੈਗਾ ਪੋਟ ਹਰਬ ਐਂਡ ਇੰਗਲਿਸ਼ ਵਰਡ ਕਲਚਰ ਮੀਨਿੰਗ ਕਲਟੀਵੇਸ਼ਨ ਜਿਵੇਂ ਤੁਹਾਨੂੰ ਪਹਿਲਾਂ ਕਰਾ ਕੇ ਗਿਆ ਮੈਂ, ਬਸ ਇਹਦੇ 'ਚ ਵੀ ਕੋਈ ਬੜਾ ਮੱਥਾ ਮਾਰੀ ਲੋੜ ਨਹੀਂ, ਸਿਰਫ ਇਹ ਯਾਦ ਕਰ ਲਓ ਅਲੈਰੀਕਲਚਰ ਕੀ ਹੁੰਦਾ? ਸਟੱਡੀ ਆਫ ਵੈਜੀਟੇਬਲ। ਅਲੈਰੀਕਲਚਰ ਸਟੱਡੀ ਆਫ ਵੈਜੀਟੇਬਲ, ਬਸ ਇਹਨਾਂ ਨੇ ਵੈਜੀਟੇਬਲ ਦੀ ਸਟੱਡੀ 'ਤੇ ਕੁਛ ਨਹੀਂ ਲਿਖਿਆ, ਸਿਰਫ ਬਾਹਰ ਦੱਸਿਆ ਇਹ ਵੈਜੀਟੇਬਲ ਦੀ ਸਟੱਡੀ ਨੂੰ ਕਹਿ ਦਿੰਦੇ ਆ ਅਲੈਰੀਕਲਚਰ। ਇਹ ਤੋਂ ਬਾਅਦ ਗੱਲ ਆ ਗਈ ਫਲੋਰੀਕਲਚਰ ਮੈਂ ਤੁਹਾਨੂੰ ਹੁਣੇ ਦੱਸ ਕੇ ਗਏ ਹਾਂ, ਲੈਟਨ ਵਰਡ ਹੈ। ਫਲੋਰੀਕਲਚਰ ਕਾਹਦੀ ਸਟੱਡੀ ਹੁੰਦੀ ਹੈ? ਫਲਾਵਰ ਦੀ। ਅਲੈਰੀਕਲਚਰ ਵੈਜੀਟੇਬਲ ਦੀ, ਪੋਮੋਲੋਜੀ ਫਰੂਟ ਦੀ, ਹਾਰਟੀਕਲਚਰ ਬਾਗਬਾਨੀ, ਐਗਰੋਨੋਮੀ ਖੇਤੀਬਾੜੀ ਦੇ ਵਿੱਚ ਜਿਹੜੀਆਂ ਵੀ ਸਾਰੀਆਂ ਚੀਜ਼ਾਂ ਆਪਾਂ ਕਰਦੇ ਹਾਂ ਉਹਨੂੰ ਬੀਜਣਾ, ਪਾਣੀ ਪਾਉਣਾ, ਰੇਹ ਸਪਰੇਅ ਕਰਨੀ, ਠੀਕ ਹੈ, ਸਾਰਾ ਕੁਛ ਕਾਹਦੇ 'ਚ ਆ ਜਾਂਦਾ? ਐਗਰੋਨੋਮੀ ਦੇ ਵਿੱਚ ਆ ਜਾਂਦਾ। ਅਤੇ ਇੱਕ ਤਾਂ ਇਹਨਾਂ ਦੇ ਵਿੱਚ ਦੇਖੋ
दस तक कर लगे फिर तुहानूं दसदा। इस तो बाद एक्सटेंशन की है, एक लैटिन वर्ड है। एक्स का मतलब है आउट, जिमें आप कहते नहीं कोई बंदा एक्सपायर हो गया, जिमें वो चीज़ होगी। एक्स का मतलब होंदा आउट। इंटेंसिटी का मतलब है स्ट्रेचिंग, ठीक है, स्ट्रेचिंग ਇਹਦਾ मतलब यही है, ठीक है जी। वर्ड नहीं पूछा जाऊगा, ऐ पूछ सकते कि यह ਕਿਹੜਾ शब्द है, लैटिन वर्ड है। इस तो बाद सॉइल ਸਾਇੰਸ ਦੇ ਵਿੱਚ ਕੀ ਹੁੰਦਾ, ਜਿਹਦੇ ਵਿੱਚ ਸਾਨੂੰ ਸੋਇਲ ਬਾਰੇ ਜਾਣਕਾਰੀ ਮਿਲਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਸੋਇਲ ਸਾਇੰਸ। ਅਤੇ ਇਹਦੇ ਵਿੱਚ ਸੋਇਲ ਦੀ ਪੀਐਚ ਬਾਰੇ ਪ੍ਰਸ਼ਨ ਆਉਣਗੇ, ਉਸ ਨੂੰ ਅੱਗੇ ਕਰਾਊਂਗਾ ਸਿਲੇਬਸ। ਪੀਐਚ ਜਿਨ੍ਹਾਂ ਦਾ ਪੀਐਚ ਮਾਨ 7 ਤੋਂ ਜ਼ਿਆਦਾ ਹੁੰਦਾ, ਉਹਨਾਂ ਨੂੰ ਐਸਿਡਿਕ ਜਾਂ ਬੇਸ ਉਹ ਕੀ ਕਹਿੰਦੇ, ਉਸ ਨੂੰ ਸਾਰਾ ਕੁਝ ਦੱਸ ਦੂੰਗਾ ਮੈਂ ਬਾਅਦ 'ਚ, ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਸੋਇਲ ਸਾਇੰਸ ਜਿਹਦੇ ਬਾਰੇ ਆਪਾਂ ਸੋਇਲ ਤੋਂ ਜਾਣਕਾਰੀ ਮਿਲਦਾ। ਸੋਇਲ ਸਾਇੰਸ ਪੁੱਛ ਸਕਦਾ ਕਿਹੜਾ ਪਾਰਟ ਹੈ, ਲੈਟਨ, ਠੀਕ ਹੈ। ਅਤੇ ਇਸ ਤੋਂ ਬਾਅਦ ਬਸ ਇੰਨੀ ਯਾਦ ਕਰ ਲਓ। ਸੋਇਲ ਸ਼ਬਦ ਕਿਤੋਂ ਲਿੱਤਾ ਗਿਆ, ਲੈਟਰ ਸ਼ਬਦ ਆ। ਅਤੇ ਸੋਲਿਮ ਦਾ ਮੀਨਿੰਗ ਹੈਗਾ ਗਰਾਊਂਡ। ਮੌਨਸੂਨ ਸ਼ਬਦ ਕਿਹੜਾ, ਅਰੇਬਿਕ ਸ਼ਬਦ ਆ ਮੌਨਸੂਨ। ਇਹਦਾ ਮਤਲਬ ਹੈਗਾ ਸੀਜ਼ਨ, ਜਿਵੇਂ ਆਪਣੇ ਰੱਬੀ ਸੀਜ਼ਨ ਹੋ ਗਿਆ, ਖਰੀਫ ਸੀਜ਼ਨ ਹੋ ਗਿਆ, ਜੈਦ ਸੀਜ਼ਨ ਹੋ ਗਿਆ। ਇਹ ਤੋਂ ਬਾਅਦ ਆ ਗਿਆ ਬਾਇਓਡਾਇਨਾਮਿਕ, ਗ੍ਰੀਕ ਵਰਡ ਹੈ। ਬਾਇਸ ਦਾ ਮਤਲਬ ਲਾਈਫ, ਡਾਇਨਾਮਿਕ ਦਾ ਮਤਲਬ એનર્ਜੀ, ਬਸ ਇਹ ਚੀਜ਼ ਯਾਦ ਕਰ ਲਓ। ਇਹ ਤੋਂ ਬਾਅਦ ਟਰੰਕ ਗਾਰਡਨ, ਫਰੈਂਚ ਦਾ ਸ਼ਬਦ ਹੈ। ਟਰੰਕ ਦਾ ਮਤਲਬ ਹੈਗਾ ਟੋਰਕਿਓਰ, ਮੀਨਸ ਟੂ ਵਾਟਰ ਔਰ ਐਕਸਚੇਂਜ। ਟਰੱਕ ਗਾਰਡਨ, ਬਸ ਇਹ ਵੀ ਕੋਈ ਨਾ ਇੰਪੋਰਟੈਂਟ ਹੈ ਨਹੀਂ, ਜਿਹੜੇ ਇੰਪੋਰਟੈਂਟ ਹੋਊਗੇ ਮੈਂ ਤੁਹਾਨੂੰ ਦੱਸੀ ਜਾਊਂਗਾ। ਇਹ ਤੋਂ ਬਾਅਦ ਆ ਗਿਆ ਨਿਮਾਟੋਡ, ਇਹ ਇੰਪੋਰਟੈਂਟ ਹੈ। ਗ੍ਰੀਕ ਵਰਡ ਤੋਂ ਲਿੱਤਾ ਗਿਆ ਹੈਗਾ। ਨਿਮਾ ਮੀਨਿੰਗ ਥਰੈਡ ਐਂਡ ਟੋਇਡ ਮੀਨਸ ਜੋਰਮ। ਇਹ ਤੋਂ ਬਾਅਦ ਆ ਗਿਆ ਪੈਡੋਲੋਜੀ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਮਹੱਤਵਪੂਰਨ ਕਿਹੜਾ ਆਪਣਾ, ਪੈਡੋਲੋਜੀ। ਪੈਡੋਲੋਜੀ ਕਾਹਦੀ ਸਟੱਡੀ ਹੈ, ਸੋਇਲ ਦੀ ਸਟੱਡੀ ਨੂੰ ਪੈਡੋਲੋਜੀ ਕਿਹਾ ਜਾਂਦਾ। ਇਹ ਪ੍ਰਸ਼ਨ ਪੁੱਛਣ ਦੇ 100% ਚਾਂਸ ਨੇ। ਇੱਕ ਵਾਰੀ ਜਦੋਂ ਵੀਡੀਓ ਮਿੰਟ 'ਤੇ ਖਤਮ ਕਰੋ, ਉਸ ਨੂੰ ਦੱਸ ਦੂੰ ਕਿਹੜੇ ਜ਼ਿਆਦਾ ਇੰਪੋਰਟੈਂਟ ਹੈ। ਐਵੋਲੂਸ਼ਨ ਕੀ ਹੈ, ਇੱਕ ਲੈਟਿਨ ਵਰਡ ਹੈ। ਐਵੋਲੂਸ਼ਨ ਜਿਵੇਂ ਕਿ ਕਹਿੰਦੇ ਹੁੰਦੇ ਆਪਾਂ ਕਿ ਗ੍ਰੀਨ ਰੈਵੋਲੂਸ਼ਨ ਆਈ ਸੀ, ਉਹ ਰੈਵੋਲੂਸ਼ਨ ਸੀ, ਇਹ ਐਵੋਲੂਸ਼ਨ ਲੈਟਿਨ ਵਰਡ ਤੋਂ ਲੈਤੀ ਗਈ ਹੈ, ਠੀਕ ਹੈ। ਅਤੇ ਇਹਦਾ ਮਤਲਬ ਐਵੂਲੋਟਿਵ ਮੀਨਿੰਗ ਅਨਰੋਲਿੰਗ ਔਰ ਰੋਲਿੰਗ ਆਊਟ। ਬਸ ਇਹ ਵੀ ਕੋਈ ਯਾਦ ਕਰਨ ਦੀ ਲੋੜ ਨਹੀਂ, ਇੱਕ ਵਾਰੀ ਦੇਖ ਲਿਓ। ਇੰਜਾਈਮ ਕਿਹੜਾ ਗਾ, ਇਨ ਦਾ ਮਤਲਬ ਇੰਜਾਈਮ ਦਾ ਮਤਲਬ ਲਿਵਿੰਗ ਔਰਗੈਨਿਜ਼ਮ, ਉਹਨੂੰ ਇੰਜਾਈਮ ਕਹਿ ਦਿੰਦੇ ਆ। ਇਹ ਵੀ ਕੋਈ ਯਾਦ ਕਰਨ ਦੀ ਲੋੜ ਨਹੀਂ, ਬਸ ਤੁਸੀਂ ਨਾ ਇੱਕ ਵਾਰੀ ਨਿਗਾਹ ਥਾਂ ਹੀ ਕੱਢ ਲਓ। ਇਹ ਕ੍ਰੈਡਿਟ ਕਿਤੋਂ ਲਿੱਤਾ ਗਿਆ, ਲੈਟਿਨ ਵਰਡ ਹੈ। ਕਰੀਡੋ ਮੀਨਸ ਆਈ ਟਰਸਟ ਯੂ। ਕ੍ਰੈਡਿਟ ਕਾਰਡ ਨਹੀਂ, ਜਿਵੇਂ ਆਪਾਂ ਕਹਿੰਦੇ ਕ੍ਰੈਡਿਟ ਕਾਰਡ ਹੁੰਦੇ ਆ, ਆਪਣੇ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦਿੱਤੇ ਸੀ 2000 ਦੇ ਵਿੱਚ ਸ਼ੁਰੂ ਕੀਤੇ ਸੀ ਕ੍ਰੈਡਿਟ ਕਾਰਡ 2000 'ਚ ਦਿੱਤੇ ਸੀ, ਉਦੋਂ ਸ਼ੁਰੂ ਹੋਏ ਸੀ ਕਿਸਾਨ ਕ੍ਰੈਡਿਟ ਕਾਰਡ, ਠੀਕ ਹੈ। ਸੁਸਾਇਟੀ ਲੈਟਿਨ ਵਰਡ ਤੋਂ ਲੈਤੀ ਗਈ ਹੈ। ਅਤੇ ਡੈਰੀਵੇਟ ਕਿਹੜੇ ਫਰੋਮ ਦਾ, ਸੋਸਿਸ ਮੀਨਿੰਗ ਕੋਮਰੇਡ ਫਰੈਂਡ ਐਲੀ। ਇਸ ਤੋਂ ਬਾਅਦ ਬੀਮਾ, ਇਹਦੇ ਵਿੱਚ ਹੈਗਾ ਬੀਮੇ ਦੇ ਵਿੱਚ ਦੇਖ ਲਓ ਵਲਗੈਰਾਈਜੇਸ਼ਨ, ਫਰੈਂਚ ਵਰਡ ਹੈ। ਵਲਗੈਰਾਈਜੇਸ਼ਨ ਦਾ ਮਤਲਬ ਹੈਗਾ ਪੋਪੂਲਾਈਜ਼, ਓਕੇ ਜੀ। ਇਹ ਤੋਂ ਬਾਅਦ ਸ਼ੈੱਲ ਕੀ ਹੈ, ਇੱਕ ਲੈਟਿਨ ਵਰਡ ਆ, ਕਿਤੋਂ ਬਣਿਆ, ਸੈਲੂਆ ਮੀਨਿੰਗ ਸਮਾਲੀ ਕੰਪਾਰਟਮੈਂਟ। ਇਨ ਵਿਟਰੋ ਲੈਟਿਨ ਵਰਡ ਇਨ ਵਿਵੋ ਮੀਨਿੰਗ ਵਿਦ ਇਨ ਦਾ ਲਿਵਿੰਗ ਐਂਡ ਇਨ ਵਿਟਰੋ ਵਿਦ ਇਨ ਦਾ ਗਲਾਸ, ਠੀਕ ਹੈ। ਪਲਾਸਟਿਡ ਗ੍ਰੀਕ ਵਰਡ ਤੋਂ ਲਿੱਤਾ ਗਿਆ। ਅਤੇ ਪਲਾਸਟਿਕਸ ਮੀਨਿੰਗ ਫੋਰਮਡ ਔਰ ਮੋਲਡਡ। ਇਕੋਲੋਜੀ ਗ੍ਰੀਕ ਵਰਡ ਓਇਕੋਸ ਮੀਨਿੰਗ ਹਾਊਸ ਡਵੈਲਿੰਗ ਪਲੇਸ ਐਂਡ ਲੌਗਸ ਮੀਨਸ ਸਟੱਡੀ, ਠੀਕ ਹੈ, ਹਾਊਸ ਸਟੱਡੀ। ਅਤੇ ਐਂਟਮੋਲੋਜੀ ਸਭ ਤੋਂ ਜ਼ਿਆਦਾ ਇੰਪੋਰਟੈਂਟ, ਬਹੁਤ ਮਹੱਤਵਪੂਰਨ ਪ੍ਰਸ਼ਨ ਹੈ। ਜੇ ਪ੍ਰਸ਼ਨ ਨਾ ਆਇਆ, ਮੈਂ ਬੈਠਾ ਤੁਹਾਡੇ ਸਾਹਮਣੇ, ਇਹ ਪ੍ਰਸ਼ਨ ਪੱਕਿਆ ਪਿਆ। ਇੱਕ ਤਾਂ ਪੈਡੋਲੋਜੀ, ਇੱਕ ਐਂਟਮੋਲੋਜੀ। ਐਂਟਮੋਲੋਜੀ ਦਾ ਕੀ ਮਤਲਬ ਹੁੰਦਾ ਗਾ, ਸਭ ਤੋਂ ਵਧੀਆ ਗੱਲ ਦੇਖੋ, ਐਂਟਮੋਲੋਜੀ ਦਾ ਮਤਲਬ ਹੈਗਾ ਗਾ ਸੈਕਟ, ਓਕੇ ਜੀ। ਸੈਕਟ ਮੈਨੇ ਹੁੰਦੇ ਆ, ਇਨਸੈਕਟ ਮੈਨੇ ਹੁੰਦੇ ਆ ਕੀੜੇ। ਇਸ ਤੋਂ ਬਾਅਦ ਅਗਲਾ ਆ ਗਿਆ ਆਪਣੇ ਕੋਲ 26 ਦੇ ਵਿੱਚ ਕੀ ਆ ਗਿਆ, ਆਰਥੋਪੌਡਾ ਵੀ ਇੱਕ ਮਤਲਬ ਇਨਸੈਕਟ ਹੀ ਹੈਗਾ। ਗ੍ਰੀਕ ਵਰਡ ਔਟਸ ਮੀਨਿੰਗ ਸੈਗਮੈਂਟਡ ਐਂਡ ਪੋਡਸ ਮੀਨਸ ਲੈਗ। ਇਸ ਤੋਂ ਬਾਅਦ ਆ ਗਿਆ ਫਾਈਟੋਪੈਥੋਲੋਜੀ, ਗ੍ਰੀਕ ਵਰਡ ਫਾਈਟਨ ਮੀਨਸ ਪਲਾਂਟ ਐਂਡ ਪੈਥੋ ਮੀਨਸ ਐਲੀਮੈਂਟ ਐਂਡ ਲੌਗਸ ਮੀਨਸ ਨੌਲੇਜ। ਬਸ ਪੈਥੋਲੋਜੀ ਦੇ ਜਿਹੜੇ ਅਵਾਰਡ ਆ, ਇਹਦਾ ਸਮਝ ਲਓ ਕਿ ਪੈਥੋ ਦਾ ਮਤਲਬ ਪਲਾਂਟ ਹੈ, ਪੈਥੋਸ ਦਾ ਮਤਲਬ ਐਲੀਮੈਂਟ ਹੈ, ਅਤੇ ਲੌਗਸ ਦਾ ਮਤਲਬ ਨੌਲੇਜ। ਫੰਗੀਸਾਈਡ ਜਿਹਨੂੰ ਆਪਾਂ ਕਹਿੰਦੇ ਹਾਂ ਫੰਗਸ ਇਨਫੈਕਸ਼ਨ, ਤਿੰਨ ਹੁੰਦੇ ਆ, ਬੈਕਟੀਰੀਆ, ਵਾਇਰਸ, ਫੰਗਸ ਇਨਫੈਕਸ਼ਨ। ਲੈਟਿਨ ਵਰਡ ਫੰਗਸ ਅਤੇ ਕੈਡੀਓ ਮੀਨਸ ਟੂ ਕਿੱਲ, ਠੀਕ ਹੈ। ਫੰਗੀਸਾਈਡ ਕਿਹੜਾ ਹੁੰਦਾ, ਫੰਗੀਸਾਈਡ ਉਹ ਹੁੰਦੀ ਹੈ ਜਿਹੜੀ ਫੰਗਸ ਨੂੰ ਮਾਰਦੀ ਹੈ, ਜਿਹਦੇ ਬਾਰੇ ਸਾਈਡ ਲੱਗ ਜੀ, ਜਿਵੇਂ ਸਾਈਡ ਹੋ ਗਿਆ, ਜਿਹੜੀ ਜੀ ਕਿਸੇ ਨੂੰ ਮਾਰਨ ਦਾ ਕੰਮ ਕਰਦੀ, ਉਹਦੇ ਮਤਲਬ ਸਾਈਡ ਲੱਗ ਜਾਂਦਾ ਹੁੰਦਾ। ਮੈਟਰੋਲੋਜੀ ਗ੍ਰੀਕ ਵਰਡ ਮੈਟਰੋ ਮੀਨਿੰਗ ਅਬਵ ਦਾ ਅਰਥ ਸਰਫੇਸ ਐਂਡ ਲੋਜੀ ਮੀਨਸ ਇੰਡੀਕੇਟਿੰਗ ਸਾਇੰਸ।
बस इस ਵਿੱਚ ਇਹੀ चीज़ पूछी जाऊगी मैटरोलॉजी ਕਿਹੜਾ वर्ड है तो ਇਹਦਾ मतलब की है अबव द अर्थ ऑफ सरफेस अर्थ तो अगे। ठीक है जी। ਹੁਣ ਇਸ ਤੋਂ ਬਾਅਦ ਆਪਣਾ दूसरा ਲੈਕਚਰ लगूगा ਆਹ ਲੈਕਚਰ ਵੀ ਨਾਲ ਦੇ ਨਾਲ ਹੀ ਲਾ ਦਿੰਦੇ ਹੁਣ ਆਪਾਂ। ਦੇਖੋ ਜਨਰਲ ਐਗਰੀਕਲਚਰ ਦੇ ਆ ਥੋੜ੍ਹੇ ਜਿਹੇ ਪ੍ਰਸ਼ਨ ਹੈ ਇਹ ਪੜ੍ਹ ਲਿਓ। ਦੂਸਰੀ ਨਾ ਮੈਂ ਤੁਹਾਨੂੰ ਐਂਡ 'ਤੇ ਇੱਕ ਵਾਰੀ ਦੱਸ ਦਿਆ ਕਰੂੰਗਾ। ਤੁਸੀਂ ਨਾ ਮੈਨੂੰ ਐਂ ਕਰਿਆ ਕਰੋ ਜਿਨ੍ਹਾਂ ਨੂੰ ਇਹ PDF ਚਾਹੀਦਾ ਹੋਇਆ ਮੈਨੂੰ ਦੱਸ ਦਿਆ ਕਰੋ ਨਾ ਕਮੈਂਟ ਦੇ ਵਿੱਚ ਮੈਨੂੰ ਮੈਸੇਜ ਕਰ ਦਿਆ ਕਰੋ ਤੁਹਾਨੂੰ PDF ਮੈਂ ਸੈਂਡ ਕਰ ਦਿਆ ਕਰੂੰਗਾ। ਠੀਕ ਹੈ ਮੈਨੂੰ ਕੋਈ ਚੱਕਰ ਨਹੀਂ। ਅਤੇ ਦੇਖੋ ਜੀਓਗ੍ਰਾਫੀਕਲ ਏਰੀਆ ਇੰਡੀਆ ਦੇ ਵਿੱਚ ਕਿੰਨਾ ਗਾ 328 ਮੀਟਰ ਹੈਕਟੇਅਰ। ਇਸ ਤੋਂ ਬਾਅਦ ਟੋਟਲ ਰਿਪੋਰਟਿੰਗ ਏਰੀਆ ਇੰਡੀਆ 306 ਮੀਟਰ ਹੈਕਟੇਅਰ। ਟੋਟਲ ਡੀਗ੍ਰੇਡਿੰਗ ਲੈਂਡ ਆਫ ਇੰਡੀਆ 187 MHA। ਗ੍ਰॉस क्रॉप्ड ਏਰੀਆ ਆਫ ਇੰਡੀਆ ਇਜ਼ 193 MHA। ਗ੍ਰॉस ਇਰੀਗੇਟਡ ਏਰੀਆ ਆਫ ਇੰਡੀਆ ਇਜ਼ 76 MHA। ਨੈਟ ਇਰੀਗੇਟਡ ਏਰੀਆ 57। ਨੈਟ ਕਰੋਪਡ ਏਰੀਆ ਆਫ ਇੰਡੀਆ 141। ਕ੍ਰੋਪਿੰਗ ਇੰਟੈਂਸਿਟੀ ਆਫ ਇੰਡੀਆ 135। ਫੋਰੈਸਟ ਏਰੀਆ ਆਫ ਇੰਡੀਆ 20.4% ਆਫ ਟੋਟਲ ਜਿਓਗ੍ਰਾਫੀਆ ਏਰੀਆ। ਦੇਖੋ ਜੀ ਤੁਸੀਂ ਕਹਿੰਦੇ ਹੋਗੇ ਕਿ ਲਗਾਤਾਰ ਅਸੀਂ ਪੜ੍ਹੀ ਜਾਂਦੇ ਅਤੇ ਪਰ ਇਹਦੇ ਬਾਰੇ ਕੁਝ ਸਮਝਾ ਰਹੇ ਨਹੀਂ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਇਹਦੇ ਰੱਟੇ ਲਾ ਲਓ। ਸਿੱਧੀ ਗੱਲ ਹੈ ਇਹ ਸਮਝਾਉਣ ਵਾਲੀ ਕੋਈ ਚੀਜ਼ ਨਹੀਂ। ਇਹ ਚੀਜ਼ ਦੇ ਰੱਟੇ ਲਾ ਲਓ। ਉਹਨਾਂ ਨੇ ਇਹਨਾਂ ਦੇ ਵਿੱਚ ਇੱਕ ਅੱਧਾ ਪੇਸ਼ੈਂਟ ਪੁੱਛ ਹੀ ਲੈਣਾ ਨੈਟ ਇਰੀਗੇਟਡ ਏਰੀਆ ਦੱਸੋ ਤਾਂ ਐਜ਼ ਇਜ਼ ਡਾਟਾ ਯਾਦ ਕਰ ਲਓ। ਕਿਉਂਕਿ ਗੱਲ ਸੁਣੋ ਇਹ ਗੱਲ ਹੈਗੀ ਆਪਣੇ ਭਵਿੱਖ ਦੀ ਗੱਲ ਦੇ ਵਿੱਚ ਜਿਹੜੀ ਚੀਜ਼ ਠੀਕ ਹੈ ਭਵਿੱਖ ਬਣਾਉਣਾ ਆਪਾਂ ਨੌਕਰੀ ਲੈ ਕੇ ਪਰ ਜਿਹੜੀ ਚੀਜ਼ ਮੈਂ ਕਰਵਾਊਂਗਾ ਉਹ 101% ਠੀਕ ਹੈ ਜੀ ਆਪਣੇ ਪੇਪਰ ਦੇ ਬੇਸ 'ਤੇ ਹੋਊਗੀ। ਇਹ ਨਹੀਂ ਹੈਗਾ ਕਿ ਬਿਨਾਂ ਗੱਲ ਤੋਂ ਭਗਾਈ ਮਾਰਨ ਦਾ ਕੰਮ ਨਹੀਂ ਹੈਗਾ ਕਿ ਵਿਊ ਲੈ ਲਏ ਜਾਂ ਕੁਛ ਵੀ ਕਰ ਲਿਆ ਕਿ ਬਸ ਇੱਕ ਫਾਰਮੈਲਿਟੀ ਕਰਕੇ ਕਲਾਸ ਲਾ ਦਿਓ। ਪਰ ਜਿਹੜੀ ਵੀ ਚੀਜ਼ ਹੋਊਗੀ ਨਾ ਉਹਦਾ ਕੋਈ ਕੰਟੈਂਟ ਹੋਊਗਾ ਹੈਵੀ ਵੇਟੇਜ ਹੋਊਗਾ ਉਹਦਾ। ਠੀਕ ਹੈ ਜੀ। ਦੇਖੋ ਸਟੇਟ ਹੈਵਿੰਗ ਹਾਈਐਸਟ ਜਿਓਗ੍ਰਾਫੀਕਲ ਏਰੀਆ ਰਾਜਸਥਾਨ। ਸਟੇਟ ਹੈਵਿੰਗ ਹਾਈਐਸਟ ਜਿਓਗ੍ਰਾਫੀਕਲ ਏਰੀਆ ਇਨ ਇੰਡੀਆ ਦੇ ਵਿੱਚ ਕਿਹੜਾ ਰਾਜਸਥਾਨ। ਦਾ ਸਟੇਟ ਵਿੱਚ ਦੂਜੇ ਨੰਬਰ 'ਤੇ ਜਿਓਗ੍ਰਾਫੀਕਲ ਏਰੀਆ ਕਿਹਦਾ MP ਦਾ। ਹਾਈਐਸਟ ਫੋਰੈਸਟ ਏਰੀਆ ਕਿਹੜਾ MP ਦਾ ਮਤਲਬ ਸਭ ਤੋਂ ਜ਼ਿਆਦਾ ਜੰਗਲ ਕਿੱਥੇ ਨੇ। ਦਾ ਸਟੇਟ ਵਿੱਚ ਨੰਬਰ 1 ਪਲਸ ਸਭ ਤੋਂ ਵੱਧ ਦਾਲਾਂ ਦੀ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ ਮੱਧ ਪ੍ਰਦੇਸ਼ ਦੇ ਵਿੱਚ ਯਾਦ ਰੱਖਣਾ। ਵਿੱਚ 10 ਸਟੇਟ ਵਿੱਚ ਫਸਟ ਫੂਡ ਗ੍ਰੇਨ ਪ੍ਰੋਡਕਸ਼ਨ ਯੂਪੀ ਦੇ ਵਿੱਚ ਸਭ ਤੋਂ ਵੱਧ ਅਨਾਜ ਪੈਦਾ ਹੁੰਦਾ। ਠੀਕ ਹੈ ਜੀ। ਕਣਕ ਵੀ ਸਭ ਤੋਂ ਵੱਧ ਯੂਪੀ 'ਚ ਪੈਦਾ ਹੁੰਦੀ ਹੈ। ਇਸ ਤੋਂ ਬਾਅਦ 10 ਸਟੇਟ ਵਿੱਚ ਫਸਟ ਇਨ ਟੋਟਲ ਕੋਰਸ ਸਰਲ ਸਭ ਤੋਂ ਜ਼ਿਆਦਾ ਕੋਰਸ ਸਰਲ ਅਨਾਜ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ। ਸਰਲਾ ਮਤਲਬ ਹੁੰਦਾ ਅਨਾਜ ਰਾਜਸਥਾਨ ਦੇ ਵਿੱਚ। ਦਾ ਸਟੇਟ ਵਿੱਚ ਸੈਕਿੰਡ ਫੂਡ ਪ੍ਰੋਡਕਸ਼ਨ ਦੂਜੇ ਨੰਬਰ 'ਤੇ ਕੌਣ ਹੈ ਫੂਡ ਪ੍ਰੋਡਕਸ਼ਨ ਦੇ ਵਿੱਚ ਪੰਜਾਬ ਅਤੇ ਫਸਟ 'ਤੇ ਬੀਟ ਕੌਣ ਪ੍ਰੋਡਕਸ਼ਨ ਸਭ ਤੋਂ ਵੱਧ ਕਿਹਦੀ ਹੈ ਯੂਪੀ ਦੀ। ਦੂਜੇ ਨੰਬਰ 'ਤੇ ਸਭ ਤੋਂ ਵੱਧ ਬੀਟ ਕੌਣ ਪ੍ਰੋਡਕਸ਼ਨ ਕਰਦਾ ਪੰਜਾਬ। ਵਾਟਰ ਵੇਪਰ ਇਨ ਦਾ ਐਟਮੋਸਫੇਅਰ ਕੌਂਸਟੀਟਿਊਟ ਓਨਲੀ ਅਬਾਊਟ 0.001% ਆਫ ਦਾ ਟੋਟਲ ਗਲੋਬਲ ਵਾਟਰ। ਐਨੂਅਲ ਵਰਲਡ ਪ੍ਰੈਸੀਪੀਟੇਸ਼ਨ ਇਜ 1000 mm। ਐਵਰੇਜ ਐਨੂਅਲ ਰੇਨਫਾਲ ਆਫ ਇੰਡੀਆ ਦੇ ਵਿੱਚ ਕਿੰਨੀ ਮਤਲਬ ਐਨੂਅਲ ਦਾ ਮਤਲਬ ਹੁੰਦਾ ਸਾਲ ਦੇ ਵਿੱਚ ਆਪਣੀ ਕਿੰਨੀ ਐਵਰੇਜ ਰੇਨਫਾਲ ਪੈਂਦੀ ਹੈ ਉਹ ਪੈਂਦੀ ਹੈ ਜੀ 1154 mm। ਜਨਰੇਟਰ ਰੇਨਫਾਲ ਵੋਲਿਊਮ ਕਿੰਨਾ 400 MHM। ਮੈਕਸੀਮਮ ਏਰੀਆ ਅੰਡਰ ਇਰੀਗੇਸ਼ਨ ਦੇ ਵਿੱਚ ਕਿੰਨਾ ਕਿਤੋਂ ਜ਼ਿਆਦਾ ਆਪਾਂ ਦੇਖੋ ਸਭ ਤੋਂ ਜ਼ਿਆਦਾ ਇਰੀਗੇਸ਼ਨ ਕਿਤੋਂ ਕਰਦੇ ਆਪਾਂ ਗੰਗਾ ਬੇਸਨ ਤੋਂ। ਪ੍ਰਸ਼ਨ ਕਈ ਵਾਰੀ ਇਹ ਵੀ ਆ ਜਾਂਦਾ ਕਿ ਆਪਣੇ ਸਭ ਤੋਂ ਜ਼ਿਆਦਾ ਸਿੰਚਾਈ ਕਿਹੜੀ ਨਹਿਰ ਦੁਆਰਾ ਕੀਤੀ ਜਾਂਦੀ ਉਹ ਕਰੀ ਜਾਂਦੀ ਇੰਦਰਾ ਗਾਂਧੀ ਨਹਿਰ ਜਿਹੜੀ ਕਿ ਰਾਜਸਥਾਨ ਦੇ ਵਿੱਚ ਸਤਲੁਜ ਤੋਂ ਨਿਕਲਦੀ ਹੈ। ਇਸ ਤੋਂ ਬਾਅਦ ਓਪਟੀਮਮ ਫੋਰੈਸਟ ਏਰੀਆ ਰਿਕੁਆਇਰਡ 33% ਏਰੀਆ ਆਪਣੇ ਜੀਓਗ੍ਰਾਫੀਕਲ ਏਰੀਆ ਦੇ ਅੰਡਰ ਹੁੰਦਾ। ਮੈਕਸੀਮਮ ਏਰੀਆ ਅੰਡਰ ਡ੍ਰਿਪ ਇਰੀਗੇਸ਼ਨ ਦੇਖੋ ਡ੍ਰਿਪ ਇਰੀਗੇਸ਼ਨ ਦਾ ਉਹ ਟੌਪਿਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇਹ ਆਪਾਂ ਇਰੀਗੇਸ਼ਨ MCQ ਕਰਾਂਗੇ ਉਸ ਨੂੰ ਡ੍ਰਿਪ ਇਰੀਗੇਸ਼ਨ ਨੂੰ ਪਹਿਲਾਂ ਵੀ ਕਰਵਾ ਕੇ ਗਿਆ ਗਾ ਕਿ ਦੇਖੋ ਜੀ ਜਿਵੇਂ ਆਹ ਬੂਟਾ ਗਾ ਇੱਕ ਬੂਟਾ ਆ ਹੋ ਗਿਆ ਠੀਕ ਹੈ ਥੋੜ੍ਹੀ ਡਰਾਇੰਗ ਖਰਾਬ ਹੈ ਮੇਰੀ। ਆਹ ਬੂਟਾ ਹੋ ਗਿਆ ਆਹ ਆਪਾਂ ਨਾਲ ਦੀ ਇੱਕ ਪੈਪ ਕੱਢਤੀ ਇਹ ਪੈਪ ਦੇ ਵਿੱਚ ਇੱਥੇ ਪੁਆਇੰਟ ਦਿੱਤੇ ਹੋਏ ਹੋਣਗੇ ਪੁਆਇੰਟ ਸਿੱਧਾ ਤਿਵਕਾ ਪਾਣੀ ਦਾ ਇਹਨੇ ਜੜ੍ਹਾਂ ਦੇ ਵਿੱਚ ਜਾਈ ਜਾਊਗਾ ਜਿੰਨੀ ਕਿ ਨੂੰ ਲੋੜ ਹੈ। ਠੀਕ ਹੈ ਇਹ ਹੈਗਾ ਗਾ ਡ੍ਰਿਪ ਇਰੀਗੇਸ਼ਨ ਦੀ ਆਪਾਂ ਕਿੱਥੋਂ ਲੈਤੀ ਹੈ ਇਹ ਲੈਤੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਏ ਹਾਂ ਇਜ਼ਰਾਈਲ। ਓਕੇ ਜੀ ਕਿੱਥੋਂ ਲੈਤੀ ਹੈ ਇਜ਼ਰਾਈਲ ਤੋਂ। ਇਸ ਤੋਂ ਬਾਅਦ ਹਾਈਐਸਟ ਫਰਟੀਲਾਈਜ਼ਰ ਕੰਜ਼ੂਮਪਸ਼ਨ ਰੇਟ ਇਨਕਲੂਡ ਸਟੇਟ ਐਂਡ ਯੂਨੀਅਨ ਟੈਰੀਟਰੀ ਨੂੰ ਮਿਲਾ ਕੇ ਹਾਈਐਸਟ ਫਰਟੀਲਾਈਜ਼ਰ ਕੰਜ਼ੂਮ ਰੇਟ ਕਿਹਦਾ ਹੈਗਾ ਸਭ ਤੋਂ ਜ਼ਿਆਦਾ ਪੌਂਡੂਚੇਰੀ। ਹਾਈਐਸਟ ਫਰਟੀਲਾਈਜ਼ਰ ਕੰਜ਼ੂਮ ਰੇਟ ਪੰਜਾਬ। ਦੇਖੋ ਹਾਈਐਸਟ ਫਰਟੀਲਾਈਜ਼ਰ ਕੰਜ਼ੰਪਸ਼ਨ ਰੇਟ ਪੌਂਡੂਚੇਰੀ ਦੇ ਵਿੱਚ ਹੈ। ਹਾਈਐਸਟ ਫਰਟੀਲਾਈਜ਼ਰ ਕੰਜ਼ੰਪਸ਼ਨ ਰੇਟ ਅਮੰਗ ਸਟੇਟਾਂ ਦੇ ਯੂਨੀਅਨ ਨੂੰ ਮਿਲਾ ਕੇ ਤਾਂ ਪੌਂਡੂਚੇਰੀ ਦੇ ਵਿੱਚ ਹੈ ਅਤੇ ਇਹ ਆਪਣੇ ਇਕੱਲੇ ਦੂਸਰਾ ਮਿਲਾ ਕੇ ਸਟੇਟ ਮਿਲਾ ਕੇ ਇਕੱਲਾ ਯੂਪੀ ਦੇ ਵਿੱਚ ਹੈ ਜੀ। ਠੀਕ ਹੈ ਜੀ ਇਹ ਦੁਬਾਰੇ ਹਾਂ ਆਹ ਅਗਲਾ ਆ ਗਿਆ ਟੋਟਲ ਫਰਟੀਲਾਈਜ਼ਰ ਕੰਜ਼ੰਪਸ਼ਨ
ਇਜ਼ ਮੈਕਸੀਮਮ ਇਨ ਯੂਪੀ। ਠੀਕ ਹੈ ਜੀ, ਮੈਕਸੀਮਮ ਏਰੀਆ ਅੰਡਰ ਇਰੀਗੇਸ਼ਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਰੀਗੇਸ਼ਨ ਏਰੀਆ ਕਹਿੰਦਾ ਮਤਲਬ ਸਭ ਤੋਂ ਵੱਧ ਪਾਣੀ ਦੀ ਜਿਹੜੀ ਉਹ ਖਪਤ ਹੁੰਦੀ ਹੈ ਜਾਂ ਸਭ ਤੋਂ ਵੱਧ ਪਾਣੀ ਲਾਉਂਦੇ ਆ, ਜਿਵੇਂ ਝੋਨਾ ਸਭ ਤੋਂ ਵੱਧ ਲੱਗਦਾ ਆਪਣੇ, ਅਤੇ ਉਹ ਪੰਜਾਬ ਦੇ ਵਿੱਚ ਹੀ ਹੁੰਦਾ। ਇੰਪੋਰਟੈਂਟ ਫੈਕਟ ਪੜ੍ਹਾਂਗੇ ਦੂਸਰੇ ਆਪਾਂ। ਮੋਸਟ ਪੋਇਜ਼ਨ ਪੋਲਿਊਟੈਂਟ ਇਨ ਵਾਟਰ, ਜਿਹੜਾ ਜ਼ਿਆਦਾ ਜ਼ਹਿਰੀਲਾ ਅਤੇ ਪੋਲੂਸ਼ਨ ਵਾਲਾ ਪਾਣੀ ਹੁੰਦਾ ਉਹਨੂੰ ਕੀ ਕਹਿੰਦੇ ਆ, ਉਹ ਹੈਗਾ ਆਰਸੇਨਿਕ। ਮੈਕਸੀਮਮ ਕੌਨਸਨਟ੍ਰੇਸ਼ਨ ਆਫ ਓਜ਼ੋਨ ਇਜ਼ ਫਾਊਂਡ ਲੋਅਰ ਸਟ੍ਰੈਟੋਸਫੀਅਰ, ਕਹਿਣਾ ਮਤਲਬ ਕਿ ਜਿਹੜੀ ਸਭ ਤੋਂ ਜ਼ਿਆਦਾ ਓਜ਼ੋਨ ਦੀ ਪਰਤ ਹੈ ਉਹ ਕਿਹੜੀ ਮਤਲਬ ਲੇਅਰ ਦੇ ਵਿੱਚ ਹੁੰਦੀ ਹੈ ਆਪਣੀ ਵਾਤਾਵਰਨ ਦੇ ਵਿੱਚ, ਸਟ੍ਰੈਟੋਸਫੀਅਰ। ਫੋਰੈਸਟ ਕੰਜ਼ਰਵੇਸ਼ਨ ਐਕਟ ਵਿੱਚ ਮੇਡ, ਦੇਖੋ ਆਹ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ, ਆਹ ਤੀਜੇ ਨੰਬਰ ਵਾਲਾ। ਠੀਕ ਹੈ ਜੀ, ਅਤੇ ਆਹ ਵੀ ਜ਼ਿਆਦਾ ਇੰਪੋਰਟੈਂਟ ਆ, ਇਹ ਸਾਇੰਸ ਦੇ ਵਿੱਚ ਵੀ ਆ ਸਕਦਾ, ਦੋਨੇ ਚੰਗੀ ਤਰ੍ਹਾਂ ਰੀਡ ਕਰ ਲਓ। 1980 ਦੇ ਵਿੱਚ ਬਣਿਆ ਸੀ ਆਪਣਾ ਕਿਹੜਾ, ਫੋਰੈਸਟ, ਕਿ ਜੰਗਲਾਂ ਨੂੰ ਆਪਾਂ ਸਾਂਭ ਕੇ ਰੱਖਣਾ ਗਾ। ਇਸ ਤੋਂ ਬਾਅਦ ਟੈਸਟ ਹੈਜ ਸੈਲਫ ਪਿਊਰੀਫਿਕੇਸ਼ਨ ਕਪੈਸਿਟੀ ਆਫ ਵਾਟਰ ਬੋਡੀ, ਕੀ ਕਹਿੰਦੇ ਆ ਉਹਨੂੰ, ਮਤਲਬ ਪਿਊਰੀਫਾਈ ਕਰਨਾ, ਦੇਖਣਾ ਕਿ ਪਾਣੀ ਦੇ ਵਿੱਚ ਕਿੰਨਾ ਮਤਲਬ ਪਿਓਰ ਹੈਗਾ ਜਾਂ ਦੂਸ਼ਿਤ ਹੈ, ਉਹ ਕਿਹੜਾ ਟੈਸਟ ਹੁੰਦਾ, BOD ਟੈਸਟ। ਇਸ ਤੋਂ ਬਾਅਦ ਆ ਗਿਆ ਮੋਸਟ ਕਾਮਨਲੀ ਇਨਫੈਕਟੈਂਟ ਇਨ ਵਾਟਰ ਪਿਊਰੀਫਿਕੇਸ਼ਨ ਇਜ਼ ਕਲੋਰੀਨ। ਕਲੋਰੀਨ ਮੋਸਟਲੀ ਜਿਹੜੇ ਕਾਮਨਲੀ ਪਾਣੀ ਨੂੰ ਉਹ ਕਰਦੇ ਆ, ਡਿਸਇਨਫੈਕਟ ਕਰਦਾ ਗਾ ਪਿਊਰੀਫਿਕੇਸ਼ਨ ਨੂੰ, ਉਹ ਕਿਹੜਾ, ਕਲੋਰੀਨ। ਗੈਸਸ ਰਿਸਪੋਂਸੀਬਲ ਫੋਰ ਐਸਿਡ, ਆਹ ਆਪਰੇਸ਼ਨ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਜਿਹੜਾ ਗੈਸ ਹੈ। ਠੀਕ ਹੈ ਜੀ, ਕਿਹੜੀਆਂ ਗੈਸਸ ਮਤਲਬ ਰਿਸਪੋਂਸੀਬਲ ਹੈ, ਜ਼ਿੰਮੇਵਾਰ ਹੈ ਤੇਜ਼ਾਬੀ ਵਰਖਾ ਵਾਸਤੇ, SO2, ਸਲਫਰ ਡਾਈਆਕਸਾਈਡ ਐਂਡ NO2। ਇਸ ਤੋਂ ਬਾਅਦ ਆ ਗਿਆ ਪੋਲੂਟੈਂਟ ਫ੍ਰੀ ਅਲਟਰਨੇਟਿਵ ਟੂ ਪੈਟਰੋਲ ਫੋਰ ਆਟੋਮੋਬਾਈਲ, ਪ੍ਰੋਪੇਨ। ਦਾ ਗੈਸ ਰਿਸਪੋਂਸੀਬਲ ਫੋਰ ਭੋਪਾਲ ਗੈਸ, ਆਹ ਆਪਰੇਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਬਹੁਤ ਜ਼ਿਆਦਾ ਮਹੱਤਵਪੂਰਨ ਆਪਰੇਸ਼ਨ ਹੈ, ਇਹਦਾ ਵੀ ਰੱਟਾ ਲਾ ਲਓ। ਦੇਖੋ ਮੈਂ ਤੁਹਾਨੂੰ ਐਂਡ 'ਤੇ ਸਾਰੇ ਦੱਸ ਕੇ ਜੋ ਜਿਹਦੀ ਰੱਟਾ ਲਾਉਣਾ ਪੱਕਾ ਲਾ ਲਿਓ ਬਸ ਉਹ 'ਤੇ। ਜੇ ਭੋਪਾਲ ਗੈਸ ਹੋਈ ਸੀ, ਹੁਣ ਵੀ ਨਾ ਇਹਨਾਂ ਦੇ ਥੋੜ੍ਹੇ ਜਿਹੇ ਕਰੰਟ ਅਫੇਅਰ ਦੇ ਵਿੱਚ ਵੀ ਨਿਊਜ਼ ਆਉਂਦੀ ਰਹੀ ਹੈ ਕਿ ਜਿਹੜੇ ਭੋਪਾਲ ਗੈਸ ਦੇ ਲੋਕਾਂ ਨੂੰ ਨਾ ਮਤਲਬ ਜਿਹੜੇ ਪੀੜਤ ਸੀ ਉਹਨਾਂ ਨੂੰ ਪੈਸੇ ਵੀ ਦਿੱਤੇ ਗਏ ਆ ਹੁਣ, ਅਤੇ MI ਮਿਥਾਈਲ ਐਸੋਸਾਇਆਨੇਟ ਗੈਸ ਨਿਕਲੀ ਸੀ ਉੱਥੋਂ, ਇਹ ਗੱਲ ਯਾਦ ਰੱਖਣੀ ਹੈ। ਅਤੇ ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਹੈਗੀ ਜੀ ਆਪਣੀ, ਉਹ ਹੈਗੀ MIC ਵਾਜ ਯੂਜ਼ਡ ਮੈਨੂਫੈਕਚਰਿੰਗ ਆਫ ਇਨਸੈਕਟੀਸਾਈਡ। ਇਨਸੈਕਟੀਸਾਈਡ ਕੀ ਹੁੰਦੀ ਹੈ ਦੱਸੋ ਜੀ, ਇਨਸੈਕਟੀਸਾਈਡ ਉਹ ਚੀਜ਼ ਹੁੰਦੀ ਆ ਕੀੜਿਆਂ ਨੂੰ ਮਾਰਨ ਦੀ ਦਵਾਈ ਨੂੰ ਇਨਸੈਕਟੀਸਾਈਡ ਕਹਿ ਦਿੰਦੇ, ਜੋ ਕੀੜਿਆਂ ਨੂੰ ਮਾਰਦੀ ਹੈ ਇਨਸੈਕਟੀਸਾਈਡ। ਇਹ ਆਪਰੇਸ਼ਨ 1 ਵਾਰਡ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈਗਾ, ਜੇ ਕਹੋ ਤਾਂ ਇੰਗਲਿਸ਼ ਦਾ ਵੀ ਲੈਕਚਰ ਲਾ ਦਿਆ ਕਰੂੰਗਾ ਮੈਂ, ਅਤੇ ਇੰਗਲਿਸ਼ ਦਾ ਬਹੁਤ ਵਧੀਆ ਕੰਟੈਂਟ ਪਿਆ ਆਪਣੇ ਕੋਲ। ਇਸ ਤੋਂ ਬਾਅਦ MIC ਵਾਜ ਯੂਜ਼ਡ ਮੈਨੂਫੈਕਚਰਿੰਗ ਆਫ ਇਨਸੈਕਟੀਸਾਈਡ, ਕਿਹੜੀ ਚੀਜ਼ ਪਾਈ ਜਾਂਦੀ ਹੈ, ਕਾਰਬਾਇਲ। ਇਸ ਤੋਂ ਬਾਅਦ ਆਥਰ ਆਫ ਫੇਮਸ ਬੁੱਕ ਸਾਇਲੈਂਟ ਸਪਰਿੰਗ 1962, ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ, ਇਹਦੇ ਵਿੱਚ ਮਹੱਤਵਪੂਰਨ ਆਪਰੇਸ਼ਨ ਹੈਗੇ। ਆ ਦੇਖੋ ਆਥਰ ਆਫ ਦਾ ਫੇਮਸ ਬੁੱਕ ਸਾਇਲੈਂਟ ਸਪਰਿੰਗ, ਇਹ ਪੁੱਛਣ ਦੇ ਫੁੱਲ ਚਾਂਸ ਨੇ, ਰਚਲ ਕਾਰਸਨ। ਇਸ ਤੋਂ ਬਾਅਦ ਲਾਰਜੈਸਟ ਓਸ਼ਨ ਕਿਹੜਾ ਆਪਣਾ, ਪੈਸੀਫਿਕ ਓਸ਼ਨ। ਸਟੈਲਵਿਸ਼ ਆਫ ਨਵਾਰਡ, ਇਹ ਵੀ ਬਹੁਤ ਜ਼ਿਆਦਾ ਆਪਰੇਸ਼ਨ ਇੰਪੋਰਟੈਂਟ ਆ, 12 ਜੁਲਾਈ 1982। ਕੱਲਾ ਨਾ 12 ਜੁਲਾਈ ਨਾਲ ਕੱਲਾ 1982 ਨਾਲ ਮੂੰਹ ਚੱਕ ਕੇ ਯਾਦ ਕਰ ਲਿਓ, 12 ਜੁਲਾਈ ਵੀ ਨਾਲ ਯਾਦ ਕਰਿਓ, ਕਿਉਂਕਿ 1982 ਦਾ ਹਰੇਕ ਬੰਦਾ ਪੜ੍ਹ ਕੇ ਗਿਆ ਉਹ 12 ਜੁਲਾਈ ਦੇ ਵਿੱਚ ਕਨਫਿਊਜ਼ਨ ਪਾਉਣਗੇ। ਇਸ ਤੋਂ ਬਾਅਦ RBI ਕਿਉਂ ਸਟੈਲਵਿਸ਼ ਕੀਤੀ ਗਈ ਸੀ, 1935 ਦੇ ਵਿੱਚ। RBI ਦਾ ਹੈੱਡਕੁਆਟਰ ਕਿੱਥੇ ਹੈ, ਦਿੱਲੀ ਦੇ ਵਿੱਚ, ਅਤੇ ਇਹਦਾ ਮਤਲਬ ਮੁਖੀ ਕੌਣ ਹੈਗਾ, ਉਹ ਹੈਗਾ ਆਪਣਾ ਸ਼ਸ਼ੀਕਾਂਤ ਦਾਸ। ਇਸ ਤੋਂ ਬਾਅਦ ਪ੍ਰੋਟੀਨ ਆਰ ਮੇਡ ਅਪ, ਪ੍ਰੋਟੀਨ ਕਿਤੋਂ ਮਿਲ ਕੇ ਬਣਦਾ, ਅਮੀਨੋ ਐਸਿਡ ਤੋਂ। ਠੀਕ ਹੈ, ਇਹ ਸਾਇੰਸ ਦਾ ਆਪਰੇਸ਼ਨ ਆ ਗਿਆ ਵਿੱਚ, ਇਹ ਮਤਲਬ ਥੋੜ੍ਹਾ ਜ਼ਿਆਦਾ ਅਮੀਨੋ ਐਸਿਡ ਬਣਦੇ ਆ, ਅਮੀਨੋ ਐਸਿਡਾਂ ਦੀ ਗਿਣਤੀ ਆਪਣੇ 20 ਹੁੰਦੀ ਹੈ ਬਾਡੀ ਦੇ ਵਿੱਚ। ਠੀਕ ਹੈ ਜੀ, ਪ੍ਰੋਟੀਨ ਤੋਂ ਅਮੀਨੋ ਤੋਂ ਪੈਪਟਾਊਨ ਬਣਦੇ ਆ, ਉਹ ਸਾਰਾ ਵੱਡਾ ਪ੍ਰੋਸੈਸ ਆ ਉਹ, ਅਤੇ ਤੁਸੀਂ ਬਸ ਸਿਰਫ ਇੰਨਾ ਯਾਦ ਕਰ ਲਓ ਪ੍ਰੋਟੀਨ ਕਿਤੋਂ ਬਣਦਾ, ਅਮੀਨੋ ਐਸਿਡ। ਅਮੀਨੋ ਐਸਿਡ ਦੀ ਸੰਖਿਆ ਯਾਦ ਕਰ ਲਓ, 20 ਹੁੰਦੇ ਅਮੀਨੋ ਐਸਿਡ ਦੀ ਸੰਖਿਆ। ਇਸ ਤੋਂ ਬਾਅਦ ਓਜ਼ੋਨ ਡਿਪਲੇਸ਼ਨ ਮੇਨਲੀ ਡੂਏ ਟੂ, ਇਹ ਕਹਿੰਦੇ ਜਿਹੜੀ ਓਜ਼ੋਨ ਹੈ, ਠੀਕ ਹੈ ਜੀ, ਜਿਹੜੀ ਹਾਂਜੀ, ਇਹ ਕਹਿੰਦੇ ਜਿਹੜੀ ਓਜ਼ੋਨ ਗੈਸ ਹੈ ਨਾ, ਉਹਨੂੰ ਕਿਹੜੀ ਚੀਜ਼ ਪ੍ਰਭਾਵਿਤ ਕਰ ਰਹੀ ਹੈ, ਉਹਨੂੰ ਕਰ ਰਹੀ ਹੈ ਕਲੋਰੋਫਲੋਰੋਕਾਰਬਨ। ਰੱਟੇ ਲਾ ਲਓ ਜੀ ਇਹਨਾਂ ਆਪਰੇਸ਼ਨਾਂ ਦੇ। ਜੇ ਕਿਸੇ ਬੱਚੇ ਨੂੰ ਦੇਖੋ, ਨੌਕਰੀ ਸਾਰਿਆਂ ਵਾਸਤੇ ਜ਼ਰੂਰੀ ਹੈ, ਜੇ ਤੁਹਾਨੂੰ ਕਿਸੇ ਚੀਜ਼ 'ਚ ਪ੍ਰੋਬਲਮ ਹੈ, ਠੀਕ ਹੈ, ਆਹ ਜਿਹੜਾ ਵੀ ਮੈਂ ਕੰਟੈਂਟ ਕਰਾਉਣਾ, ਜੇ ਕਿਸੇ ਨੇ ਮੈਥੋਂ PDF ਲੈਣੇ ਆ ਨਾ, ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ, ਬਿਲਕੁਲ ਫ੍ਰੀ PDF ਦੇਵਾਂਗਾ। ਠੀਕ ਹੈ ਨਾ, ਮੈਂ ਤੁਹਾਨੂੰ WhatsApp 'ਤੇ ਕੰਟੈਂਟ ਸਾਰਾ ਸੈਂਡ ਕਰ ਦੂੰਗਾ, ਆਪਦੇ ਤੁਸੀਂ ਰੀਡ ਕਰ ਲਿਆ ਕਰੋ। ਠੀਕ ਹੈ, ਡੇਲੀ ਤੁਹਾਨੂੰ ਮੈਂ ਕਰਦਿਆ ਕਰੂੰਗਾ, ਨਹੀਂ ਮੈਂ ਟੈਲੀਗ੍ਰਾਮ ਦਾ ਚੱਲ ਮੈਂ ਗਰੁੱਪ ਬਣਾ ਲੈਂਦਾ, ਜੇ ਉਹਦੇ ਵਿੱਚ ਤੁਸੀਂ ਐਡ ਹੋਣਾ ਉਹਦੇ 'ਚ ਐਡ ਹੋ ਜਾ ਕਰੋ। ਤੁਹਾਨੂੰ ਐਗਰੀਕਲਚਰ ਅਤੇ ਕੰਪਿਊਟਰ ਦੇ ਵਿੱਚ ਮੈਂ 1% ਵੀ ਨਹੀਂ ਪ੍ਰੋਬਲਮ ਆਉਣ ਦਿੰਦਾ, ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਠੀਕ ਹੈ ਜੀ, ਬਾਕੀ ਇੰਗਲਿਸ਼ ਦਾ ਰਹਿ ਗਿਆ, ਇੰਗਲਿਸ਼ ਦਾ ਮੈਂ ਕੱਲ੍ਹ ਇੱਕ ਵੀਡੀਓ ਅਪਲੋਡ ਕਰ ਦੂੰਗਾ, ਜੇ ਤੁਹਾਨੂੰ ਵਧੀਆ ਲੱਗੀ ਤਾਂ ਦੱਸ ਦਿਓ, ਜੇ ਵਧੀਆ ਨਾ ਲੱਗੀ ਤਾਂ ਵੀ ਦੱਸ ਦਿਓ। ਇਸ ਤੋਂ ਬਾਅਦ ਵਨਮੋਲ
1 mole of KFC is destroy about 1 ਲੱਖ molecules of, ਜਿਹੜੀ 1 ਮੋਲ CFC ਹੈ ਕਲੋਰੋ ਫਲੋਰੋ ਕਾਰਬਨ, ਇਹ ਡਿਸਟਰੋਏ ਕਰ ਦਿੰਦੀ ਹੈ 10,000 1 ਲੱਖ ਮੋਲੀਕਿਊਲ ਕਾਹਦੇ ਓਜ਼ੋਨ ਦੇ। ਠੀਕ ਹੈ, ਇਹ ਪ੍ਰਸ਼ਨ ਪੁੱਛਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ। ਇਸ ਤੋਂ ਬਾਅਦ ਗੈਸ ਫਿਲਡ ਫਾਇਰ ਐਕਸਟੀਂਗੈਸਰ ਸਿਲੰਡਰ, ਜਿਹੜੇ ਆਪਣੇ ਤੁਸੀਂ ਦੇਖ ਰਹੇ ਤੁਸੀਂ ਆਪਾਂ ਜਦੋਂ ਜਾਂਦੇ ਹਾਂ ਕਿਸੇ ਵੀ ਇੰਸਟੀਟਿਊਟ 'ਤੇ ਜਾਂਦੇ ਹਾਂ ਜਾਂ ਕਿਸੇ ਵੀ ਫੈਕਟਰੀ ਜਾਂਦੇ ਹਾਂ ਜਾਂ ਕਿਸੇ ਵੀ ਦਫ਼ਤਰ 'ਚ ਜਾਂਦੇ ਹਾਂ, ਉੱਥੇ ਨਾ ਆਪਣੇ ਇੱਕ ਸਿਲੰਡਰ ਮਿਲਦਾ ਹੁੰਦਾ ਹੈ, ਉੱਤੇ ਉਹਦੇ ਇੱਕ ਪੈਨ ਜਿਹਾ ਲੱਗਿਆ ਹੁੰਦਾ ਨੱਪਣ ਵਾਸਤੇ। ਕਹਿੰਦੇ ਨੇ ਕਿਹੜੀ ਗੈਸ ਪਾਈ ਹੁੰਦੀ ਹੈ, ਉਹ 'ਚ ਕਾਰਬਨ ਡਾਈਆਕਸਾਈਡ ਗੈਸ ਪਾਈ ਵੀ ਹੁੰਦੀ ਹੈ। ਕੰਟਰੀਬਿਊਸ਼ਨ ਆਫ ਐਗਰੀਕਲਚਰ ਟੂ GDP 2010 ਤੇ 11 ਦੇ ਵਿੱਚ ਐਗਰੀਕਲਚਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਸੀ GDP ਦੇ ਵਿੱਚ? ਗਰੋਸ ਡੋਮੈਸਟਿਕ ਪੁਆਇੰਟ 14.2। ਪਲੱਗ ਇਜ਼ ਯੂਜ਼ਡ ਟੂ ਟਰਨ ਓਵਰ ਦਾ ਸੋਇਲ, ਪਲੱਗ ਇਜ਼ ਯੂਜ਼ਡ ਟੂ ਟਰਨ ਓਵਰ ਦਾ ਸੋਇਲ ਇਜ਼ ਮੋਲਡ ਵੋਰਡ ਪਲੱਗ। ਕਾਰਬੋਹਾਈਡਰੇਟਸ ਵਿਚ ਇਜ਼ ਓਨਲੀ ਪ੍ਰੈਜੈਂਟ ਐਨੀਮਲ ਸੈੱਲ, ਕਹਿੰਦੇ ਜਿਹੜੇ ਕਾਰਬੋਹਾਈਡਰੇਟਸ ਹੈ ਉਹ ਐਨੀਮਲ ਦੇ ਕਿਹੜੇ ਸੈੱਲ ਦੇ ਵਿੱਚ, ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਕਿਹੜੇ 'ਚ ਹੁੰਦਾ? ਗਲਾਈਕੋਜਨ ਦੇ ਵਿੱਚ, ਗਲਾਈਕੋਜਨ ਦੇ ਵਿੱਚ। ਇਹ ਪ੍ਰਸ਼ਨ ਵੈਸੇ ਐਗਰੀਕਲਚਰ ਦਾ ਹੈ ਨਹੀਂ, ਇਹ ਪ੍ਰਸ਼ਨ ਹੈਗਾ ਸਾਇੰਸ ਦਾ। ਦਾ ਪੈਸਟੀਸਾਈਡ ਕੰਸੰਪਸ਼ਨ ਇਹ ਸਭ ਤੋਂ ਜ਼ਿਆਦਾ ਪੈਸਟੀਸਾਈਡ ਦਾ ਮਤਲਬ ਸਮਝਦੇ ਹੋ? ਜਿਹੜੇ ਸਭ ਤੋਂ ਜ਼ਿਆਦਾ ਸਪਰੇਹਾਂ ਕੀਤੀਆਂ ਜਾਂਦੀਆਂ ਉਹ ਕਿੱਥੇ ਕੀਤੀਆਂ ਜਾਂਦੀਆਂ ਦੱਸੋ ਜੀ? ਆਂਧਰਾ ਪ੍ਰਦੇਸ਼ ਦੇ ਵਿੱਚ ਕੀਤੀਆਂ ਜਾਂਦੀਆਂ। ਜੇ ਪੁੱਛ ਲੈਣਾ ਸਭ ਤੋਂ ਜ਼ਿਆਦਾ ਔਰਗੈਨਿਕ ਖੇਤੀ ਕਿੱਥੇ ਕੀਤੀ ਜਾਂਦੀ ਹੈ, ਉਹ ਕੀਤੀ ਜਾਂਦੀ ਹੈ ਸਿੱਕਮ ਦੇ ਵਿੱਚ। ਜੇ ਸਿੱਕਮ ਨਹੀਂ ਹੈਗਾ ਤਾਂ ਲਕਸ਼ਦੀਪ ਪਿਆ, ਤਾਂ ਲਕਸ਼ਦੀਪ ਲਿਖਿਆ। ਠੀਕ ਹੈ, ਇਹਨਾਂ ਦੋਨੋਂ ਆਹ ਸਭ ਤੋਂ ਜ਼ਿਆਦਾ ਔਰਗੈਨਿਕ ਫਾਰਮਿੰਗ ਵਾਸਤੇ ਸਭ ਤੋਂ ਅੱਗੇ ਆ ਗਿਆ ਸਿੱਕਮ। ਪ੍ਰੈਜ਼ੀਡੈਂਟ ਯੂਨੀਅਨ ਐਗਰੀਕਲਚਰ ਮਿਨਿਸਟਰ, ਦੇਖੋ ਜੀ ਇਹ ਪ੍ਰਸ਼ਨ ਯਾਦ ਕਰਨ ਦੀ ਕੋਈ ਲੋੜ ਨਹੀਂ। ਆਪਾਂ ਅੱਜ ਦੀ ਗੱਲ ਕਰਾਂਗੇ। ਅੱਜ ਦੇ ਟਾਈਮ ਦੇ ਵਿੱਚ ਜਿਹੜਾ ਆਪਣਾ ਐਗਰੀਕਲਚਰ ਮਿਨਿਸਟਰ ਹੈਗਾ ਉਹ ਹੈਗਾ ਨਰਿੰਦਰ ਸਿੰਘ ਤੋਮਰ। ਨਰਿੰਦਰ ਸਿੰਘ ਤੋਮਰ, ਇਹ ਗੱਲ ਯਾਦ ਰੱਖਣੀ ਹੈ, ਨਰਿੰਦਰ ਸਿੰਘ ਤੋਮਰ ਹੈਗਾ। ਇਸ ਤੋਂ ਬਾਅਦ ਅੱਗੇ ਆ ਜਾਓ। ਟੋਟਲ KVK ਅਪ ਟੂ ਅਕਤੂਬਰ 2012 630, ਇਹ ਜ਼ਿਆਦਾ ਕਰਨ ਦੀ ਲੋੜ ਨਹੀਂ। ਪ੍ਰੈਜ਼ੈਂਟ DG ਆਫ ICR, ਇਹ ਵੀ ਯਾਦ ਕਰਨ ਦੀ ਲੋੜ ਨਹੀਂ। ਠੀਕ ਹੈ, ਇਹ ਆਪਾਂ ਅਲੱਗ ਤੋਂ ਨਾ ਜਿਹੜਾ ਨਵਾਂ ਇੱਕ ਨੋਟਸ ਬਣਾਊਗਾ ਉਹਦੇ ਵਿੱਚ ਤੁਹਾਨੂੰ ਦੱਸ ਦੂੰਗਾ। ਕਹਿੰਦੇ ਰੀਸੈਂਟਲੀ ਕਿਹੜੀ ਇੱਕ ਪੈਸਟੀਸਾਈਡ ਸੀ ਕੀੜੇਮਾਰ ਦਵਾਈ ਜਿਹਨੂੰ ਕਿ ਬੈਨ ਕਰਤਾ? ਇਹ ਕੀਤਾ ਜੀ ਐਂਡੋਸਲਫੈਨ। ਐਂਡੋਸਲਫੈਨ ਨੂੰ ਬੈਨ ਕਿਉਂ ਕੀਤਾ? ਇਹਦੇ ਨਾਲ ਨਾ ਮਤਲਬ ਜਿਵੇਂ ਹੁਣ ਆਪਾਂ ਅਨਾਜ 'ਤੇ ਕਰਦੇ ਸੀ, ਕਿਸੇ 'ਤੇ ਵੀ ਕਰਦੇ ਸੀ, ਉਹਦੇ ਨਾਲ ਨਾ ਮਤਲਬ ਇਹ ਫਸਲ ਦੇ ਵਿੱਚ ਵੀ ਅਨਾਜ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਦਾ ਸੀ, ਜਿਹਦੇ ਕਰਕੇ ਨਾ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਲੱਗ ਗਈਆਂ ਸੀ। ਫਸਟ ਆਲ ਇੰਡੀਆ ਕੋਆਰਡੀਨੇਟਡ ਰਿਸਰਚ ਪ੍ਰੋਜੈਕਟ ਕਾਹਦਾ ਲੱਗਿਆ? ਮੱਕੀ ਦਾ। ਫਸਟ ਨੈਸ਼ਨਲ ਰਿਸਰਚ ਸੈਂਟਰ NRC ਗਰਾਊਂਡ ਨਟ ਦਾ। ਦੇਖੋ ਇਹ ਪ੍ਰਸ਼ਨ ਜਿਹੜੀ ਫਸਟ ਵਾਲੀ ਚੀਜ਼ ਆ ਗਈ ਨਾ, ਜਿੱਥੇ ਕਿਤੇ ਵੀ ਫਸਟ ਆਉਂਦਾ ਗਾ ਉਹ ਪ੍ਰਸ਼ਨ ਤੁਸੀਂ ਕਦੇ ਛੱਡਿਓ ਹੀ ਨਾ। ਠੀਕ ਹੈ ਜੀ, ਫਸਟ ਨੈਸ਼ਨਲ ਰਿਸਰਚ ਸੈਂਟਰ NRC ਗਰਾਊਂਡ ਨਟ ਅਤੇ ਦਾ ਰੀਜਨ ਇਨਹੈਬਿਟ ਵਾਈਲਡ ਲਿਵਿੰਗ ਔਰਗਨਿਜ਼ਮ ਔਨ ਲੈਂਡ ਓਸ਼ਨ ਐਟਮੋਸਫੇਅਰ ਬਾਇਓਸਫੇਅਰ। ਇਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਆਪਾਂ ਇੰਪੋਰਟੈਂਟ ਚੀਜ਼ ਦੱਸੂ ਮੈਂ ਤੁਹਾਨੂੰ, ਹੋਰ ਕੁਛ ਨਹੀਂ। ਨੇਮ ਆਫ ਦਾ ਪਲਾਂਟ ਵਿਚ ਪ੍ਰੋਡਿਊਸ ਫੂਡ ਦੈਮਸੈਲਫ ਥਰੂ ਫੋਟੋਸਿੰਥਿਕ, ਜਿਹੜੇ ਫੋਟੋਸਿੰਥਿਕ ਦੁਆਰਾ ਭੋਜਨ ਬਣਾਉਂਦੇ ਆ ਉਹਨਾਂ ਫੂਡਾਂ ਨੂੰ ਕੀ ਕਹਿੰਦੇ ਆ? ਉਹਨਾਂ ਮਤਲਬ ਪੌਦਿਆਂ ਨੂੰ ਕੀ ਕਹਿੰਦੇ ਆ? ਉਹਨਾਂ ਨੂੰ ਕਿਹਾ ਜਾਂਦਾ ਜੀ ਫੋਟੋਟ੍ਰੋਪਸ ਜਾਂ ਆਟੋਟ੍ਰੋਪਸ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਹਿੰਦੇ ਆ। ਸੂਰਜ ਦੀ ਰੋਸ਼ਨੀ ਤੋਂ ਪੱਤਿਆਂ ਦੁਆਰਾ ਭੋਜਨ ਤਿਆਰ ਕੀਤਾ ਜਾਂਦਾ। ਇਸ ਤੋਂ ਬਾਅਦ ਸੂਈ ਜਨਰੇਸ ਯੂਜ਼ਡ ਇਨ ਗੇਟ ਪ੍ਰਪੋਜ਼ਲ ਇਨ ਲੈਟਨ ਵਰਡ ਇਹ ਸਿਸਟਮ ਆਫ, ਇਹ ਰਹਿਣ ਦਿਓ, ਇਹਨਾਂ ਇੰਪੋਰਟੈਂਟ ਹੈ ਨਹੀਂ, ਆ ਰਹਿਣ ਦਿਓ, ਇਹ ਨਹੀਂ ਯਾਦ ਕਰਨਾ, ਆ ਯਾਦ ਕਰ ਲਿਓ। ਅਤੇ ਹੋਰ ਵੀ ਇਹਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਸੀ, ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿੱਧਰ। ਹਾਂ ਦੇਖੋ, ਆਹ ਦੇਖੋ ਮਿਨੀਮਮ ਸਪੋਰਟ ਪ੍ਰਾਈਜ਼ ਆਫ ਵੇਰੀਅਸ ਕਰੋਪ ਆਰ ਰਿਕਮੈਂਡਡ ਬਾਏ ਦਾ। ਦੇਖੋ ਕਹਿੰਦੇ ਜਿਹੜੇ ਮਿਨੀਮਮ MSP ਦੇ ਵੀ ਇੱਕ ਪ੍ਰਸ਼ਨ ਬਣਦਾ। ਆਹ ਪ੍ਰਸ਼ਨ ਦਾ ਬੱਟ 'ਤੇ ਪਿਆ, ਇਹ ਪ੍ਰਸ਼ਨ ਦਾ ਬਸ ਮੁਫਤ ਦਾ 1 ਨੰਬਰ ਆ, ਮਗਰ ਗੱਲ ਰਹੇਗੀ ਸਾਰੀ 9 ਨੰਬਰਾਂ ਦੀ। 9 ਦੇ ਵਿੱਚੋਂ ਇੱਕ ਪ੍ਰਸ਼ਨ ਬਣਨਾ ਗਾ ਜਿਹੜਾ ਮੈਂ ਤੁਹਾਨੂੰ ਡੈਫੀਨੇਸ਼ਨਾਂ ਕਰਾਂਗਾ, ਉਹਦੇ ਵਿੱਚੋਂ 2 ਪ੍ਰਸ਼ਨ ਤੁਹਾਡੇ ਅੱਗੇ 8 ਨੰਬਰਾਂ ਦੀ ਐਗਰੀਕਲਚਰ ਰਹੇਗੀ ਹੁਣ ਤੁਹਾਡੀ ਮਗਰ। ਕੌਣ ਬਣਾ ਰਿਹਾ ਜੀ ਇਹ MSP? ਕੌਣ ਨਿਰਧਾਰਿਤ ਕਰਦਾ? CACP ਦੀ ਫੁੱਲ ਫਾਰਮ ਕੀ ਹੈਗੀ? ਕਮਿਸ਼ਨ ਔਨ ਐਗਰੀਕਲਚਰ ਕੋਸਟ ਐਂਡ ਪ੍ਰਾਈਜ਼ ਐਟ ਪ੍ਰੈਜੈਂਟ 24 ਕ੍ਰੋਪਸ ਅੰਡਰ, ਆਪਣੀਆਂ 24 ਫਸਲਾਂ ਜਿਹੜੀਆਂ ਉਹ MSP ਦੇ ਅੰਡਰ ਆਉਂਦੀਆਂ 24 ਫਸਲਾਂ। ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਕਿ MSP ਕੀ ਹੁੰਦੀ ਹੈ। MSP ਕੀ ਹੁੰਦੀ ਹੈ? ਸਭ ਤੋਂ ਆਹ ਲੈਕਚਰ ਥੋੜ੍ਹਾ ਸੋਚਣ ਵਾਲਾ ਗਾ, ਨਹੀਂ ਮੈਂ ਅਲੱਗ ਤੋਂ ਲਾ ਦੂੰਗਾ MSP ਤੇ ਇੱਕ ਵਾਰੀ ਸੋਚ ਲਓ MSP ਦੇ ਵੀ ਅਲੱਗ ਤੋਂ। MSP ਕੀ ਹੈ? ਇਹ ਹੈਗਾ ਆਪਣਾ ਮਿਨੀਮਮ ਸਪੋਰਟ ਪ੍ਰਾਈਜ਼। ਮਿਨੀਮਮ ਸਪੋਰਟ ਪ੍ਰਾਈਜ਼ ਦਾ ਮਤਲਬ ਹੁੰਦਾ ਘੱਟ ਤੋਂ ਘੱਟ ਆਪਣੀ ਇੱਕ ਵੈਲਿਊ ਰੱਖੀ ਗਈ ਹੈ ਫਸਲ ਦੀ। ਦੇਖੋ ਜਿਹੜਾ ਹੁਣ ਕਿਸਾਨ ਧਰਨੇ 'ਤੇ ਬੈਠੇ ਆ, ਕਿਸਾਨ ਜਿਹੜੇ ਧਰਨੇ 'ਤੇ ਬੈਠੇ ਆ ਉਹਨਾਂ ਦਾ ਮੇਨ ਮੋਟਿਵ ਜਿਹੜਾ ਸਾਰਾ ਮੁੱਦਾ ਗਾ ਉਹ ਹੈਗਾ MSP ਦਾ। ਕੀ ਹੁੰਦਾ MSP? ਹੁਣ ਸੁਣੋ, ਦੇਖੋ ਆਪਣੇ ਕਣਕ ਦਾ ਰੇਟ ਹੈ, ਆਪਾਂ ਕਣਕ ਦੀ ਫਸਲ ਵੇਚਦੇ ਹਾਂ,
ठीक है। अपने कितना रेट है जी कणक का? अपने कणक का रेट हैगा गा 1975 रुपये इस बार। ये अपना मिनीमम सपोर्ट प्राइस है MSP। MSP का मतलब ये है कि भाई इदू घट अपनी कणक विक नहीं सकती कि घट्टो घट्ट सरकारी रेट 1975 रुपये, इदू वध आप जिन्नी मर्जी बेच दईए पर इदू घट ना तो सरकार अपनी खरीद सकती है तो ना ही आप किसी को इदू घट बेचनी है किसी को। ठीक है कि मतलब एक फिक्स मुੱਲ रखता, बस ये चीज़ का रौला गा। तो दूसरे पासे जिमें हुण मध्य प्रदेश हो गया, आंध्रा प्रदेश हो गया, इधर MSP है नहीं। जो उधर MSP है नहीं ਉਹਦਾ ਕਾਰਨ ਕੀ ਹੈ? ਉਹਨਾਂ ਜਿਹੜੀਆਂ ਕੰਪਨੀ ਵਾਲੀਆਂ ਉਹ ਆਪਣੀ ਮਰਜ਼ੀ ਨਾਲ ਕਹਿੰਦੇ ਵੀ ਸਾਨੂੰ 400 ਕੁਆਂਟਲ ਨੂੰ ਦੇ ਕਣਕ, ਸਾਨੂੰ 500 ਕੁਆਂਟਲ ਨੂੰ ਦੇ, ਸਾਨੂੰ 600 ਕੁਆਂਟਲ ਨੂੰ ਦੇ ਯੂਪੀ 'ਚ, ਦੂਜੇ ਸਟੇਟ ਜਿਹੜੇ MSP ਹੈ ਨਹੀਂ। ਝਾਰਖੰਡ 'ਚ, ਛੱਤੀਸਗੜ੍ਹ 'ਚ ਨਹੀਂ ਹੈਗੀ, ਝਾਰਖੰਡ ਵਾਲੇ ਨੀਚੇ ਹੈਗੀ, ਰਾਜਸਥਾਨ ਦੇ ਵਿੱਚ ਕਈ ਫਸਲਾਂ 'ਤੇ ਨਹੀਂ ਹੈਗੀ। ਉਹ ਰੌਲਾ ਸਾਰਾ MSP ਦਾ ਇਹੀ ਹੈ ਕਿ ਮਤਲਬ ਸਾਨੂੰ ਇੱਕ ਫਿਕਸ ਰੇਟ ਰੱਖੋ ਸਾਡੀ ਫਸਲ ਦਾ। ਠੀਕ ਹੈ ਜੀ। ਕਿਵੇਂ ਸਾਡੀ ਫਸਲ ਦਾ ਪੰਜਾਬ ਦੇ ਵਿੱਚ 1975 ਰੁਪਏ ਰੇਟ ਹੈਗਾ ਕਿ ਸਾਨੂੰ ਵੀ ਉਨਾ ਰੇਟ ਮਿਲਣਾ ਚਾਹੀਦਾ, ਇੰਨਾ ਸਾਡਾ ਘੱਟ ਤੋਂ ਘੱਟ ਪ੍ਰਾਈਜ਼ ਰੱਖੋ। ਉੱਥੇ ਕੋਈ ਪ੍ਰਾਈਜ਼ ਨਹੀਂ ਹੈਗਾ। ਉੱਥੇ ਕੰਪਨੀ ਵਾਲੇ ਆਪਣੀ ਮਰਜ਼ੀ ਨਾਲ ਕਹਿ ਦਿੰਦੇ ਜੀ ਸਾਨੂੰ 400 ਰੁਪਏ ਦੀ ਦੇਣੀਆਂ ਦੇ ਦਿਓ, ਨਹੀਂ ਦੇਣੀ ਨਾ ਦਿਓ। ਹੁਣ ਕਿਸਾਨ ਅੱਕਿਆ ਵਾ ਕੀ ਕਰਦਾ? ਉਹਨੂੰ ਉਨੇ ਦੀ ਦੇਣੀ ਪੈਂਦੀ ਹੈ ਮਜਬੂਰੀ ਦੇ ਵਿੱਚ। ਇਹੀ ਚੱਕਰ ਹੈ MSP ਦਾ। MSP ਦਾ ਮਤਲਬ ਹੈ ਕਿ ਘੱਟੋ ਘੱਟ ਇੱਕ ਮੁੱਲ ਹੋਣਾ ਚਾਹੀਦਾ ਫਸਲ ਦਾ ਸਰਕਾਰੀ। ਮਿਨੀਮਮ ਸਪੋਰਟ ਪ੍ਰਾਈਸ ਜਿਵੇਂ ਆਪਣੇ 1975 ਹੈ, 1975 ਆਪਣੀ ਕਣਕ ਵੱਧ ਘੱਟ ਵਿਕ ਨਹੀਂ ਸਕਦੀ। ਉਹੀ ਦੂਸਰੇ ਸਟੇਟਾਂ ਵੀ ਇਹ ਕਹਿੰਦੇ ਕਿ ਸਾਡੀਆਂ ਫਸਲਾਂ ਦੀ ਵੀ MSP ਲਾਓ। ਪੰਜਾਬ ਅਤੇ ਹਰਿਆਣੇ ਨੂੰ ਕਿਉਂ ਦੇ ਰਹੇ ਹੋ ਤੁਸੀਂ MSP? ਸਾਨੂੰ ਵੀ ਦਿਓ। ਠੀਕ ਹੈ। ਜਿਹੜੇ ਇਹ ਬਿੱਲ ਪਾਸ ਕਰ ਰਹੇ ਆ, 3 ਬਿੱਲ ਪਾਸ ਕੀਤਾ, ਉਹਨਾਂ ਦਾ ਵੀ ਮੇਨ ਮਕਸਦ ਇਹੀ ਹੈ ਕਿ MSP ਘਟਾ ਦਈਏ, ਆਪਾਂ ਸਰਕਾਰੀਆਂ ਮੰਡੀਆਂ ਬੰਦ ਕਰ ਦਈਏ, ਜਿਹਦੇ ਕਰਕੇ ਕਿ ਲੋਕ ਪ੍ਰਾਈਵੇਟ ਮੰਡੀਆਂ ਦੇ ਵਿੱਚ ਕਿਹੜਾ ਲਾਲਚ ਦੇ ਕੇ ਫਸਲਾਂ ਵੇਚਣਗੇ, ਬਾਅਦ 'ਚ ਅਸੀਂ ਇੱਧਰੋਂ MSP ਖਤਮ ਕਰ ਦਾਂਗੇ। ਨਾ ਤਾਂ ਇੱਧਰ ਕਿਸੇ ਨੇ ਪੁੱਛਣਾ, ਨਾ ਆਪਾਂ ਨੂੰ ਉੱਧਰ ਪੁੱਛਣਾ। ਮੇਨ ਮੁੱਦਾ ਇਹ ਹੈਗਾ। ਠੀਕ ਹੈ ਜੀ। ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਹ ਲੈਣ ਹੈ। ਠੀਕ ਹੈ ਜੀ। ਅਤੇ ਹੋਰ ਕੁਛ ਯਾਦ ਕਰਨ ਦੀ ਤਾਂ ਕੋਈ ਚੱਕਰ ਨਹੀਂ ਹੈਗਾ। ਅਤੇ ਆਹ ਜਿਹੜੀਆਂ ਦੂਸਰੀਆਂ ਚੀਜ਼ਾਂ ਰਹੇਗੀ, ਆਹ ਯਾਦ ਕਰ ਲਿਓ। ਇੱਕ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਕਿੱਥੇ ਹੈ? ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਮਣੀਪੁਰ ਇੰਫਾਲ ਦੇ ਵਿੱਚ ਹੈ। ਠੀਕ ਹੈ। ਇਹਦਾ ਮੇਨ ਹੋ ਗਿਆ 7 ਕਾਲਜ ਅਮੰਗ ਸਿਸਟਰ ਸਟੇਟ। ਬਸ ਜੀ। ਇੱਥੇ ਇੱਕ ਵਾਰੀ ਤੁਹਾਨੂੰ ਦੱਸ ਦਿੰਦਾ ਕਿਹੜੀਆਂ ਚੀਜ਼ਾਂ ਯਾਦ ਕਰਨ ਵਾਲੀਆਂ ਹੈਗੀਆਂ। ਦੇਖੋ ਆਹ ਨੋਟਸ ਇੱਕ ਵਾਰੀ ਤੁਸੀਂ ਦੇਖ ਲਓ, ਧਿਆਨ ਨਾਲ ਦੇਖੋ, ਰੋਕ ਕੇ ਦੇਖ ਲਓ। ਜੇ ਤੁਸੀਂ ਕਾਹਲੀ 'ਚ ਕਈ ਵਾਰੀ ਯਾਦ ਕਰਨੇ ਹੁੰਦੇ ਨਾ, ਕਿਸੇ ਨੇ ਵੀਡੀਓ ਨਹੀਂ ਸੁਣਨੀ ਹੁੰਦੀ, ਅਤੇ ਉਹਨਾਂ ਵਾਸਤੇ ਐਗਰੀਕਲਚਰ, ਐਗਰੋਨੋਮੀ, ਹਾਰਟੀਕਲਚਰ, ਪੋਮੋਲੋਜੀ, ਲੈਰੀਕਲਚਰ, ਫਲੋਰੀਕਲਚਰ। ਠੀਕ ਹੈ। ਇਹ 6 ਤਾਂ ਇਹ ਹੋ ਗਏ। 8ਵਾਂ ਹੋ ਗਿਆ, 9ਵਾਂ ਹੋ ਗਿਆ, 10ਵਾਂ ਹੋ ਗਿਆ, 13ਵਾਂ ਹੋ ਗਿਆ, 14ਵਾਂ ਹੋ ਗਿਆ। ਇਹਨਾਂ 'ਚੋਂ ਰਹਿਣ ਦਿਓ। ਆਹ ਸਾਰੀ ਯਾਦ ਕਰ ਲਿਓ। ਇੱਕ ਵਾਰ ਤੁਹਾਨੂੰ ਦਿਖਾਉਣਾ ਸੱਚ ਨੂੰ। ਆਹ ਦੇਖ ਲਓ ਦੋਸਤੋ। ਠੀਕ ਹੈ ਜੀ। ਅਤੇ ਆਹ ਵੀ ਦੇਖ ਲਓ। ਦੇਖ ਲਓ ਸਾਰੇ ਕਦੇ ਧਿਆਨ ਨਾਲ, ਹੌਲੀ ਹੌਲੀ। ਇਹਦੇ ਵਿੱਚ ਆਹ ਚੀਜ਼ ਯਾਦ ਕਰ ਲਓ, ਸ਼ੈੱਲ ਵਾਲੀ ਇਕੱਲੀ। ਇਕੋਲੋਜੀ, ਐਂਟਮੋਲੋਜੀ, ਪੈਥੋਲੋਜੀ, ਫੰਗੀਸਾਈਡ। ਠੀਕ ਹੈ। ਇਹ ਯਾਦ ਕਰ ਲਿਓ। ਠੀਕ ਹੈ। ਅਤੇ ਇਹਦੇ 'ਚੋਂ ਮੈਂ ਤੁਹਾਨੂੰ ਦੱਸ ਕੇ ਗਿਆ ਗਾ ਕਿ ਜਿਹੜਾ ਭਾਈ ਮੁੰਡਿਓ ਸਟੂਡੈਂਟ ਆਹ ਆਪਣਾ ਜਿਹੜਾ ਹੈਗਾ ਨਾ MSP ਵਾਲਾ, ਆਹ ਤਾਂ ਭੁੱਲਣਾ ਨਹੀਂ। ਇੱਕ ਆਪਰੇਸ਼ਨ ਇਹਦਾ 1 ਨੰਬਰ ਬੱਟ 'ਤੇ ਪਿਆ ਤੁਹਾਡਾ। ਅਤੇ ਬਾਕੀ ਤੁਸੀਂ ਆਪਣਾ ਦੇਖ ਲਓ, ਜਿਹੜਾ ਤੁਹਾਨੂੰ ਦੱਸਿਆ ਮੈਂ ਕਿ ਉਹ ਚੀਜ਼ਾਂ ਇੰਪੋਰਟੈਂਟ ਨੇ ਇਹਦੇ 'ਚ। ਇੱਕ ਆਹ ਦੇਖ ਲਓ, ਇਹਦੇ ਵਿੱਚ ਵੀ ਮੇਨ ਜੇ ਤੁਹਾਨੂੰ ਦੱਸ ਕੇ ਗਿਆ ਕਿ ਆਹ ਵੀ ਸਾਰੇ ਇੰਪੋਰਟੈਂਟ ਹੀ ਹੈਗੇ। ਇਹ ਵੀ ਸਾਰੇ ਫੇਰ ਲਿਓ ਇੱਕ ਵਾਰੀ। ਠੀਕ ਹੈ ਜੀ। ਹੌਲੀ ਹੌਲੀ ਵੀਡੀਓ ਨੂੰ ਲਗਾ ਰਿਹਾ ਹੈਗਾ। ਅਤੇ ਜੇ ਕਿਸੇ ਨੂੰ ਭਾਈ PDF ਚਾਹੀਦਾ ਮੈਨੂੰ ਕਮੈਂਟ ਕਰ ਦਿਓ, ਅਤੇ ਆਪਦਾ ਨੰਬਰ ਸੈਂਡ ਕਰ ਦਿਓ, ਮੈਂ ਤੁਹਾਨੂੰ ਉਹ 'ਚ PDF ਸੈਂਡ ਦਿਆ ਕਰੂੰਗਾ ਸਾਰੇ। ਠੀਕ ਹੈ ਜੀ। ਮੈਂ ਉਹ ਕੰਮ ਜਿਹੜਾ ਹੁਣ ਦੇਖੋ, ਮੇਰਾ ਉਹ ਕੰਮ ਨਹੀਂ ਹੈਗਾ ਕਿ ਪਹਿਲਾਂ ਆਪਾਂ ਲੈਕਚਰ ਲਾਉਣ ਲੱਗ ਗਏ। ਠੀਕ ਹੈ ਜੀ। ਬਾਅਦ 'ਚ ਮੈਂ ਕਹਾਂਗਾ ਤੁਸੀਂ ਭਾਈ ਪੈਸੇ ਭਰੋ, ਜਾਂ 100 ਰੁਪਇਆ ਭਰੋ, ਜਾਂ 50 ਰੁਪਏ। ਉਹ ਕੰਮ ਨਹੀਂ ਹੈਗਾ ਆਪਣੇ ਕੋਲ। ਠੀਕ ਹੈ ਜੀ। ਜਿਹੜਾ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਮੈਂ ਫ੍ਰੀ ਦਊਂਗਾ, ਕਿਉਂਕਿ ਪੇਪਰ 2 ਮਹੀਨਿਆਂ ਤੱਕ, 1.5 ਮਹੀਨੇ ਤੱਕ ਪੇਪਰ ਆ ਜਾਣਾ, ਅਤੇ ਆਪਣੀ ਹੌਲੀ ਹੌਲੀ ਤਿਆਰੀ ਕਰੀ ਚੱਲੋ। ਠੀਕ ਹੈ ਜੀ। 100% ਤੁਹਾਨੂੰ ਮੈਂ ਸਾਰਾ ਕੁਛ ਫ੍ਰੀ ਪ੍ਰੋਵਾਈਡ ਕਰਵਾਊਂਗਾ। ਅਤੇ ਮੈਨੂੰ ਤੁਸੀਂ ਦੱਸ ਦਿਓ, ਕਮੈਂਟ ਦੇ ਵਿੱਚ ਮੈਸੇਜ ਕਰ ਦਿਓ, ਮੈਂ ਤੁਹਾਨੂੰ PDF ਪਰਸਨਲੀ ਸੈਂਡ ਕਰ ਦਿਆ ਕਰੂੰਗਾ। ਠੀਕ ਹੈ ਜੀ। ਧੰਨਵਾਦ ਮੇਰੇ ਦੋਸਤੋ।